ਦੇ ਨਾਲ ਗੱਲ ਕਰਦਾ ਹਾਂ। ਕਈ ਮੁੱਦੇ ਹੁੰਦੇ ਨੇ ਪੰਜਾਬ 'ਚ, ਖਾਸ ਕਰਕੇ ਸਾਡਾ ਵੱਡਾ ਮੁੱਦਾ ਤਾਂ ਇਸ ਵੇਲੇ ਕਰੋਨਾ ਹੈ। ਉਹਦੇ ਸੰਬੰਧ ਵਿੱਚ ਹੋਰ ਗੱਲਾਂ ਵੀ ਨਾਲ ਦੇ ਨਾਲ ਉੱਠ ਜਾਂਦੀਆਂ ਨੇ, ਪਰ ਪਹਿਲਾਂ ਮੈਂ ਕਰੋਨਾ 'ਤੇ ਤੁਹਾਡੇ ਨਾਲ ਕੁਝ ਜ਼ਿਕਰ ਕਰਨਾ ਚਾਹੁੰਦਾ। ਜੋ ਤੁਸੀਂ ਰੋਜ਼ ਦੇਖਦੇ ਹੋ ਟੈਲੀਵਿਜ਼ਨ 'ਚ ਔਰ ਅਖਬਾਰਾਂ 'ਚ, ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਕਿਆ ਹਾਲਾਤ ਬਣੇ ਹੋਏ ਨੇ, ਕਿਸ ਤਰੀਕੇ ਨਾਲ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ। ਅੱਜ ਦੇ ਆંકੜੇ ਇਹ ਨੇ ਕਿ 5 ਲੱਖ ਤੋਂ ਉੱਪਰ ਮਰੀਜ਼ ਸਾਡੇ ਹਿੰਦੁਸਤਾਨ ਦੇ ਵਿੱਚ ਹੋ ਗਏ ਨੇ। ਕਈ ਸ਼ਹਿਰ ਨੇ ਜੈਸੇ ਦਿੱਲੀ ਹੈ, ਆਪਣਾ ਬੰਬਈ ਹੈ, ਤਾਮਿਲਨਾਡੂ ਹੈ, ਕਈ ਨੇ ਜਿਹਦੇ ਵਿੱਚ ਆંકੜੇ ਬਹੁਤ ਵਿਗੜਦੇ ਜਾ ਰਹੇ ਨੇ। ਤੋ ਇਹ ਚੀਜ਼ਾਂ ਆਪਣੇ ਹੱਥ 'ਚ ਹੁੰਦੀਆਂ ਨੇ। ਹੁਣ ਪੰਜਾਬ ਦੇ ਵਿੱਚ ਅਸੀਂ ਕਾਫੀ ਦੇਰ ਤੋਂ ਮੈਂ ਤੁਹਾਨੂੰ ਦੱਸਦਾ ਰਹਿੰਦਾ ਕਿ ਕਿਹੜੇ ਕਿਹੜੇ ਕਦਮ ਆਪਾਂ ਨੂੰ ਚੱਕਣੇ ਚਾਹੀਦੇ ਨੇ। ਉਹ ਮੇਰੇ ਕਦਮ ਨਹੀਂ, ਉਹ ਜੋ ਮੈਡੀਕਲ ਫਰਟਰਨਿਟੀ ਹੈ ਪੂਰੇ ਦੁਨੀਆ ਦੀ, ਔਰ ਖਾਸ ਕਰਕੇ ਸਾਡੇ ਆਪਣੇ ਜਿਹੜੇ ਡਾਕਟਰ ਨੇ ਪੰਜਾਬ ਦੇ, ਉਹ ਤੁਹਾਨੂੰ ਬਾਰ-ਬਾਰ ਔਰ ਹਿੰਦੁਸਤਾਨ ਦੇ ਦੱਸਦੇ ਨੇ ਕਿ ਇਹਨੂੰ ਤਰੀਕਾ ਕੁਛ ਨਹੀਂ, ਕਿਉਂਕਿ ਕਿਸੇ ਨੂੰ ਪਤਾ ਨਹੀਂ ਇਹ ਬਿਮਾਰੀ ਕੀ ਹੈ, ਕਿਸੇ ਨੂੰ ਪਤਾ ਨਹੀਂ ਕਿ ਕੈਸੇ ਇਹਦਾ ਸਾਹਮਣਾ ਕਰਨਾ ਹੈ। ਪਰ ਲੇਕਿਨ ਇੱਕੋ ਹੀ ਤਰੀਕਾ ਹੈ ਇਸ ਵੇਲੇ, ਔਰ ਉਹ ਹੈ ਕਿ ਤੁਸੀਂ ਆਪਣੇ ਮਾਸਕ ਪਾ ਕੇ ਬਾਹਰ ਨਿਕਲੋ, ਤੁਸੀਂ ਹੱਥ ਧੋਓ, ਆਪਣੇ ਸੋਸ਼ਲ ਡਿਸਟੈਂਸਿੰਗ ਰੱਖੋ। ਇਹੀ ਇੱਕ ਤਰੀਕਾ ਹੈ ਜਿਹਦੇ ਨਾਲ ਆਪਾਂ ਇਸ ਨੂੰ ਰੋਕ ਸਕਦੇ ਹਾਂ। ਹੁਣ ਮੈਂ ਬਾਰ-ਬਾਰ ਤੁਹਾਨੂੰ ਇਹ ਗੱਲ ਕਹਿੰਦਾ, ਹਰ ਹਫ਼ਤੇ ਮੈਂ ਕਹਿੰਦਾ, ਤੁਸੀਂ ਆਪ ਪੜ੍ਹਦੇ ਰਹਿੰਦੇ ਹੋ, ਲੇਕਿਨ ਆਹ ਦੇਖੋ ਜੋ ਮੈਨੂੰ ਅੱਜ ਆંકੜੇ ਕੋਈ ਮਿਲੇ ਨੇ ਕਿ ਤਕਰੀਬਨ ਇਹ ਕੱਲ੍ਹ ਦੇ ਆંકੜੇ ਨੇ ਇੱਕ ਦਿਨ ਦੇ, ਕਿ 4024 ਬੰਦੇ ਨੂੰ ਚਲਾਨ ਕੀਤਾ ਗਿਆ ਹੈ ਕਿ ਆਪਣੇ ਮਾਸਕ ਨਹੀਂ ਪਾਏ। 45 ਨੂੰ ਕੀਤਾ ਹੈ ਕਿ ਤੁਸੀਂ ਥੁੱਕਦੇ ਹੋ ਪਬਲਿਕ ਪਲੇਸ 'ਚ। ਤੁਹਾਨੂੰ ਪਤਾ ਹੈ ਕਿ ਥੁੱਕ ਨਾਲ ਹੀ ਅਗਰ ਇਹ ਫੈਲਦਾ ਇਹ ਬਿਮਾਰੀ ਜਿਹੜੀ ਹੈਗੀ। ਔਰ ਜੋ ਸੋਸ਼ਲ ਡਿਸਟੈਂਸਿੰਗ ਕਰਨ ਵਾਸਤੇ 39 ਬੰਦਿਆਂ ਨੂੰ ਦਾ ਚਲਾਨ ਹੋਇਆ। ਹੁਣ ਇਹਦਾ ਫਾਇਦਾ ਕੀ ਹੈ? ਪਹਿਲਾਂ ਤਾਂ ਤੁਹਾਡਾ ਚਲਾਨ ਹੁੰਦਾ ਹੈ, ਤੁਹਾਨੂੰ ਪੈਸੇ ਦੇਣੇ ਪੈਣਗੇ। ਦੂਸਰਾ, ਤੁਸੀਂ ਇਹ ਬਿਮਾਰੀ ਲੈ ਸਕਦੇ ਹੋ, ਜਾਂ ਅਗਰ ਤੁਹਾਨੂੰ ਹੈ ਤਾਂ ਤੁਸੀਂ ਫੈਲਾ ਸਕਦੇ ਹੋ, ਤੁਸੀਂ ਹੋਰਾਂ ਨੂੰ ਦੇ ਸਕਦੇ ਹੋ, ਆਪਣੇ ਮੁਹੱਲੇ ਦੇ ਵਿੱਚ, ਨਾਲ ਦੇ ਘਰਾਂ ਦੇ ਵਿੱਚ, ਨਾਲ ਦੇ ਗੁਆਂਢੀਆਂ ਦੇ ਘਰਾਂ ਦੇ ਵਿੱਚ, ਆਪਣੇ ਘਰ ਦੇ ਵਿੱਚ। ਇਹ ਗੱਲਾਂ ਤੁਸੀਂ ਇਹ ਹੋ ਸਕਦੀਆਂ ਨੇ ਜਿਹਦੇ ਨਾਲ ਤੁਹਾਡੀ ਬਿਮਾਰੀ ਤੁਹਾਡੇ ਪਰਿਵਾਰ ਦੇ ਵਿੱਚ ਲੱਗ ਜੇ। ਤੋ ਇਹ ਇੱਕ ਮੈਂ ਇਹਨੂੰ ਐਂਟੀ ਸੋਸ਼ਲ ਗੱਲ ਕਰਦਾ, ਇਹ ਨਹੀਂ ਆਪਾਂ ਨੂੰ ਕਰਨੀ ਚਾਹੀਦੀ। ਪੰਜਾਬ ਨੂੰ ਅਗਰ ਬਚਾਉਣਾ ਹੈ, ਆંકੜੇ ਜਾ ਰਹੇ ਨੇ, ਵੱਧ ਰਹੇ ਨੇ। ਆਹ ਦੇਖ ਲਓ ਮੇਰੇ ਆંકੜੇ ਜਿਹੜੇ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਹੁੰਦੇ ਸੀ 14, 15, 20 ਤੱਕ, ਤੋ ਉਹ ਹੁੰਦਾ ਸੀ। ਦੋ ਕਾਰਨ ਸੀ ਉਹਦੇ। ਇੱਕ ਤਾਂ ਔਰ ਮੇਜਰ ਕਾਰਨ ਇਹ ਸੀ ਕਿ ਸਾਡੀ ਟੈਸਟਿੰਗ ਬੜੀ ਘੱਟ ਹੁੰਦੀ ਸੀ ਉਦੋਂ। ਸਾਡੇ 700 ਤੋਂ ਸ਼ੁਰੂ ਕੀਤਾ, ਫਿਰ ਅਸੀਂ 2200 ਤੇ ਪਹੁੰਚੇ, ਫਿਰ ਅਸੀਂ ਹੁਣ ਇਸ ਵੇਲੇ 10,000 ਦੇ ਕਰੀਬ ਸਾਡੀ ਟੈਸਟਿੰਗ ਹੋ ਰਹੀ ਹੈ। ਤਾਂ ਜਿਉਂ-ਜਿਉਂ ਟੈਸਟਿੰਗ ਵੱਧਦੀ ਜਾਂਦੀ ਹੈ ਤਾਂ ਆંકੜੇ ਤੁਹਾਡੇ ਵੱਧਦੇ ਜਾ ਰਹੇ ਨੇ। ਲੇਕਿਨ ਫਿਰ ਵੀ 128 ਨੇ, ਇਹ ਅੱਜ ਦੇ ਆંકੜੇ ਨੇ ਕਿ 128 ਬੰਦਿਆਂ ਨੂੰ ਆਪਾਂ ਨੂੰ ਨਵੇਂ ਟੈਸਟਿੰਗ ਦੇ ਵਿੱਚੋਂ ਕਨਫਰਮਡ ਕੇਸ ਨਿਕਲੇ ਨੇ। ਟੈਸਟਿੰਗ ਬਹੁਤ ਹੋਈ ਹੈ, ਲੇਕਿਨ 128 ਵੀ ਕੋਈ ਛੋਟਾ ਨੰਬਰ ਨਹੀਂ। ਅੱਜ ਤੱਕ ਪੂਰੇ ਜਿਹੜੇ ਸਾਡੇ ਕਰੋਨਾ ਦੇ ਕੇਸ ਨਿਕਲੇ ਨੇ ਉਹ ਹੈ 4957 ਕੇਸ। ਉਹਦੇ ਵਿੱਚੋਂ 3200 ਕੇਸ ਡਿਸਚਾਰਜ ਹੋ ਗਏ, ਆਪਣੀ ਉਹਨਾਂ ਦਾ ਇਲਾਜ ਹੋ ਗਿਆ ਔਰ ਉਹ ਘਰੇ ਚਲੇ ਗਏ ਵਾਪਸ। ਫਿਰ ਵੀ 1610 ਕੇਸ ਹਾਲੇ ਆਪਣੇ ਸਟੇਟ ਦੇ ਵਿੱਚ ਪਏ ਨੇ, ਜਿਹੜੇ ਹਸਪੀਟਲ ਦੇ ਵਿੱਚ ਜਾਂ ਆਈਸੋਲੇਸ਼ਨ ਵਾਰਡ ਦੇ ਵਿੱਚ ਜਾਂ ਆਪਣੇ ਹੋਮ ਕੁਆਰੰਟੀਨ ਵਗੈਰਾ ਵਿੱਚ ਪਏ ਨੇ। ਇਹਨਾਂ ਵਿੱਚੋਂ 24 ਆਪਣੇ ਆਏ ਨੇ ਔਨ ਹਾਈ ਡਿਪੈਂਡੈਂਸੀ ਯੂਨਿਟ, ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ, ਔਰ 6 ਬੰਦੇ ਆਪਣੇ ਵੈਂਟੀਲੇਟਰ ਦੇ ਉੱਪਰ ਲੱਗੇ ਹੋਏ ਨੇ। ਹੁਣ ਇਹ ਅੱਛੀ ਗੱਲ ਨਹੀਂ, ਵੱਧਦਾ ਜਾ ਰਿਹਾ। ਇੱਕ ਸਮੇਂ ਸੀ ਕਿ ਕੋਈ ਵੈਂਟੀਲੇਟਰ 'ਤੇ ਨਹੀਂ ਆਉਂਦਾ ਸੀ। ਇੱਕ ਸਮੇਂ ਸੀ ਜਿੱਥੇ ਡਿਪੈਂਡੈਂਸੀ ਯੂਨਿਟ ਜਿਹੜੇ ਅੱਜ 24 ਨੇ ਉਹ 4 ਹੁੰਦੇ ਸੀ ਜਾਂ 2 ਹੁੰਦੇ ਸੀ। ਹੁਣ ਤੁਸੀਂ ਇਹ ਜਿਹੜਾ ਮੈਂ ਦੇਖ ਰਿਹਾ, ਇਹਦੇ ਵਾਸਤੇ ਜ਼ਿੰਮੇਵਾਰ ਆਪਾਂ ਸਾਰੇ ਹੀ ਹਾਂ, ਜਿਹੜੇ ਆਪਾਂ ਇਹ ਗੱਲਾਂ ਨਹੀਂ ਮੰਨਦੇ ਔਰ ਇਸ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਇਹ ਗੱਲਾਂ ਨੂੰ ਫੈਲਣ ਦੇਵਾਂਗੇ। ਹੁਣ ਇਹ ਮੈਨੂੰ ਪਤਾ ਹੈ ਕਿ ਸਿਰਫ ਇਹ ਆਪਣਾ ਹੀ ਕੰਮ ਨਹੀਂ, ਕਿਉਂਕਿ ਲੋਕ ਬਹੁਤ ਬਾਹਰੋਂ ਆ ਰਹੇ ਨੇ। ਹੁਣ 12,000 ਟਰੱਕ ਤਾਂ ਡੇਲੀ ਆਉਂਦਾ ਸਾਡੇ ਪੰਜਾਬ 'ਚ, ਸਮਾਨ ਆਉਂਦਾ ਹੈ, ਇੰਡਸਟਰੀ ਨੇ ਚੱਲਣਾ ਹੈ, ਰਾਸ਼ਨਾਂ ਦੀ ਲੋੜ ਹੈ, ਅਤੇ ਹਰ ਡੇਲੀ ਤਕਰੀਬਨ 12,000 ਟਰੱਕ ਉਰੇ ਆਉਂਦੇ ਨੇ। ਸਾਡੇ ਕੋਲ ਤਕਰੀਬਨ 6,000 ਤੋਂ ਉੱਪਰ ਗੱਡੀਆਂ ਆਉਂਦੀਆਂ ਨੇ ਜਿਹੜੀ GT ਰੋਡ ਦੇ ਵਿੱਚੋਂ ਆਉਂਦੀਆਂ ਨੇ। ਅਗਰ 3 ਬੰਦੇ ਵੀ ਬੈਠੇ ਹੋਣ, 18,000 ਤਾਂ ਉੱਥੇ ਹੀ ਹੋ ਗਏ, ਔਰ 12,000 ਦੇ ਵਿੱਚ ਦੋ ਬੰਦੇ ਤਾਂ ਹੋਣਗੇ ਟਰੱਕ 'ਚ। ਤਾਂ ਦੇਖ ਲਓ ਕਿ 24,000 ਉਹ ਹੋ ਗਿਆ, ਅਤੇ 40,000 ਬੰਦਾ ਤਾਂ ਹਰ ਦਿੱਲੀ ਹੈ, ਇੱਧਰੋਂ ਆਉਂਦਾ, ਰਾਜਸਥਾਨ ਤੋਂ ਹੋਏ,
ਉੱਥੇ ਵੀ ਕੋਵਿਡ ਬਹੁਤ ਵਧਿਆ ਹੋਇਆ ਹੈ। ਦਿੱਲੀ ਭਰਿਆ ਪਿਆ ਹੈ, ਹਰਿਆਣੇ ਦੇ ਵਿੱਚ ਭਰਿਆ ਪਿਆ ਹੈ, ਹਰਿਆਣੇ ਤੋਂ ਆਪਣੇ ਤੋਂ ਦੁੱਗਣਾ ਹੈ। ਇਹਦੇ ਤੋਂ ਇਹ ਗੱਲਾਂ ਆਪਾਂ ਨੂੰ ਦੇਖਣਾ ਪਊ ਕਿ ਸਾਡੇ ਆ ਰਿਹਾ ਹੈ, ਉਸ ਨੂੰ ਉਹਦਾ ਬਚਾਓ ਕਰਨ ਵਾਸਤੇ ਆਪਾਂ ਨੂੰ ਜਿਹੜੇ ਕਦਮ ਦੱਸੇ ਗਏ ਨੇ ਉਹ ਤਾਂ ਆਪਾਂ ਫੋਲੋ ਕਰੀਏ ਤਾਂ ਕਿ ਆਪਣੇ ਪੰਜਾਬ ਨੂੰ ਆਪਾਂ ਬਚਾਈਏ। ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਬਿਮਾਰੀ ਖਤਮ ਨਹੀਂ ਹੋ ਰਹੀ। ਤੁਸੀਂ ਅਗਰ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਕੰਟਰੋਲ 'ਚ ਹੈ, ਉਹ ਇਸ ਵੇਲੇ ਸਾਡੇ ਹਿੰਮਤ ਨਾਲ ਹੈ, ਤੁਹਾਡੇ ਹਿੰਮਤ ਨਾਲ, ਗਵਰਨਮੈਂਟ ਦੀ ਹਿੰਮਤ ਨਾਲ ਸਾਰੇ ਅਸੀਂ ਇਸ ਨੂੰ ਰੋਕ ਸਕੇ ਹਾਂ ਕੁਛ ਹੱਦ ਤੱਕ। ਲੇਕਿਨ ਇੱਕ ਸਮੇਂ ਆਊਗਾ ਜਦੋਂ ਪੀਕ ਆਏਗੀ ਇਸ ਦੀ। ਹੁਣ ਪੀਕ ਕਦੋਂ ਆਊਗੀ ਮੈਂ ਵੀ ਨਹੀਂ ਦੱਸ ਸਕਦਾ, ਕੋਈ ਡਾਕਟਰ ਨਹੀਂ ਦੱਸ ਸਕਦਾ। ਕੋਈ ਜੁਲਾਈ ਕਹਿੰਦੇ ਨੇ, ਕੋਈ ਅਗਸਤ ਕਹਿੰਦੇ ਨੇ, ਕੋਈ ਸਪਟੈਂਬਰ ਕਰਦੇ ਨੇ, ਕੋਈ ਨਵੰਬਰ ਤੱਕ ਕਹਿੰਦੇ ਨੇ ਕਦੋਂ ਪੀਕ ਆਊਗੀ। ਹੁਣ ਪੀਕ ਉਹ ਕੈਸੇ ਆਉਣੀ ਹੈ, ਸਾਡੇ ਪੰਜਾਬ ਕਿੱਥੇ ਤਾਈਂ ਪਹੁੰਚਣੀ ਹੈ, ਮੈਂ ਵੀ ਨਹੀਂ ਦੱਸ ਸਕਦਾ ਤੁਹਾਨੂੰ। ਇਹ ਕੋਈ ਵੀ ਨਹੀਂ ਪਤਾ। ਦੇਖੋ ਅਮਰੀਕਾ 'ਚ ਕੀ ਹੋ ਰਿਹਾ, ਲੱਖ ਤੋਂ ਉੱਪਰ ਤਾਂ ਬੰਦਾ ਮਰ ਗਿਆ ਉੱਥੇ, ਔਰ 10 ਲੱਖ ਤੋਂ ਉੱਪਰ ਤਾਂ ਕੇਸਿਸ ਹੋ ਗਏ ਨੇ ਉੱਥੇ। ਤਾਂ ਇਹ ਬੜਾ ਸੀਰੀਅਸ ਸਿਚੁਏਸ਼ਨ ਹੈ ਜੋ ਸਾਡੇ ਦੇਸ਼ 'ਚ ਹੋ ਰਿਹਾ। ਹੁਣ ਵੀ ਦਿਨ ਪਰ ਦਿਨ ਦੇਸ਼ ਦੀ ਆંકੜੇ ਵਧੀ ਜਾ ਰਹੇ ਨੇ। ਤਾਂ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਕਿ ਤੁਸੀਂ ਇਸ ਨੂੰ ਬੜੀ ਗੰਭੀਰਤਾ ਨਾਲ ਸੋਚੋ। ਔਰ ਇਹ ਜਿਹੜੇ ਬੰਦੇ ਹੁਣ ਆਪਣੇ ਤੁਸੀਂ 4024 ਜੋ ਕੱਲ੍ਹ ਤੁਸੀਂ ਆਪਣਾ ਚਲਾਨ ਭਰ ਰਹੇ ਹੋ ਆਪਣਾ ਮਾਸਕ ਪਾਉਣ ਵਾਸਤੇ, ਇਹ ਨਾ ਕਰੋ ਬੇਟਾ। ਇਹ ਗਲਤ ਗੱਲ ਹੈ। ਇਹਦੇ ਨਾਲ ਆਪਾਂ ਬਿਲਕੁਲ ਆਪਣਾ ਸੂਬੇ ਦੇ ਵਿੱਚ ਤਬਾਹੀ ਲਿਆਵਾਂਗੇ। ਔਰ ਹੋਰ ਚੀਜ਼ਾਂ ਵੀ ਇਹ ਛੋਟੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ ਜਿਹਦੇ ਨਾਲ ਆਪਣਾ ਪੰਜਾਬ ਬਚ ਸਕਦਾ। ਤਾਂ ਇਹ ਸਮਝ ਕੇ ਕਿ ਹਾਲੇ ਔਖੀ ਘੜੀ ਆਉਣੀ ਹੈ ਪੰਜਾਬ ਦੇ ਵਿੱਚ, ਤੁਸੀਂ ਅੱਜ ਤੋਂ, ਮੇਰੀ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਅੱਜ ਤੋਂ ਆਪਣੇ ਕਦਮ ਚੱਕਣ ਲੱਗ ਜਾਓ ਜਿਹਦੇ ਨਾਲ ਆਪਾਂ ਆਪਣੇ ਪੰਜਾਬ ਨੂੰ ਦੇ ਵਿੱਚ ਇਸ ਕੋਵਿਡ ਨੂੰ ਫੈਲਣ ਤੋਂ ਬਚਾਈਏ। ਇੱਕ ਤਾਂ ਇਹ ਸੀ। ਦੂਜਾ ਮੈਂ ਇੱਕ ਦੋ ਗੱਲਾਂ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਇਹ ਅੱਜ ਫਿਰ ਮੈਨੂੰ ਇੱਕ ਬੁਰੀ ਖਬਰ ਸਾਨੂੰ ਆਈ ਹੈ ਕਿ ਇੱਕ ਸਾਡਾ ਨੌਜਵਾਨ ਲਾਂਸ ਨਾਇਕ ਸਲੀਮ ਖਾਨ 58 ਇੰਜੀਨੀਅਰ ਰੈਜੀਮੈਂਟ ਸਾਡੇ ਪਟਿਆਲੇ ਤੋਂ ਡਕਾਣਾ ਹਲਕੇ ਦੇ ਵਿੱਚ ਮਰਨੇੜੀ ਪਿੰਡ ਇੱਕ ਸਾਡਾ, ਉਹਦੇ ਵਿੱਚ ਉੱਥੇ ਰਹਿੰਦਾ ਸੀ, ਉਹ ਵੀ ਲਦਾਖ ਦੇ ਵਿੱਚ ਸ਼ਹੀਦ ਹੋ ਗਿਆ। ਪਤਾ ਨਹੀਂ ਉਹ ਪੁਰਾਣੇ ਉਹ ਜਿਹੜੇ ਜ਼ਖਮ ਸੀ ਉਹਦੇ ਕਰਕੇ ਹੋਏ ਜਾਂ ਕਿਆ ਕਾਰਨ, ਉਹ ਗਵਰਨਮੈਂਟ ਆਰਮੀ ਸਾਨੂੰ ਦੱਸੂਗੀ। ਲੇਕਿਨ ਉਹ ਇੱਕ ਹੋਰ ਸਾਡਾ ਨੌਜਵਾਨ ਹਿੰਦੁਸਤਾਨ ਦਾ ਅੱਜ ਸ਼ਹੀਦ ਹੋਇਆ, ਇੱਕ ਇੱਥੇ ਔਰ ਇੱਕ ਪੂਨਾ ਵਿੱਚ। ਤਾਂ 2 ਸਾਡੇ ਜਵਾਨ ਸ਼ਹੀਦ ਹੋਏ ਨੇ। ਅਸੀਂ ਸ਼ਰਧਾਂਜਲੀ ਵੀ ਭੇਟ ਕਰਦੇ ਹਾਂ ਔਰ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਬਿਲਕੁਲ ਖੜ੍ਹੇ ਹਾਂ ਇਸ ਵੇਲੇ। ਜੋ ਕੁਛ ਅਸੀਂ ਐਲਾਨ ਕੀਤਾ ਹੋਇਆ ਉਹਨਾਂ ਨੂੰ 50 ਲੱਖ ਦਾ ਜਿਹੜਾ ਅਸੀਂ ਮੁਆਵਜ਼ਾ ਦੇਣਾ ਚਾਹੁੰਦੇ ਹਾਂ ਉਸ ਪਰਿਵਾਰ ਨੂੰ। ਔਰ ਨਾਲੇ ਉਹਨਾਂ ਦਾ ਇੱਕ ਬੰਦਾ ਕੋਈ ਵੀ ਉਹਨਾਂ ਦੇ ਪਰਿਵਾਰ ਤੋਂ ਜੋ ਕੋਈ ਨੌਕਰੀ ਸਰਕਾਰੀ ਲੈਣਾ ਚਾਹੁੰਦਾ ਉਹ ਸਾਨੂੰ ਦੱਸ ਦੇਣਾ, ਅਸੀਂ ਉਹਦਾ ਜ਼ਰੂਰ ਪ੍ਰਬੰਧ ਸਾਰਾ ਕਰਕੇ ਔਰ ਸਭ ਕੁਛ ਉਹਨਾਂ ਨੂੰ ਦੇਵਾਂਗੇ। ਇਹ ਅਸੀਂ ਸਾਰੇ ਆਪਣੇ ਜੋ ਸ਼ਹੀਦ ਹੁੰਦੇ ਨੇ ਆਪਣੇ ਦੇਸ਼ ਵਾਸਤੇ, ਉਹਨਾਂ ਸਾਰਿਆਂ ਵਾਸਤੇ ਕਰਾਂਗੇ ਅਸੀਂ। ਤੀਸਰੀ ਗੱਲ, ਕੁਛ ਦਿਨਾਂ ਤੋਂ ਤੁਸੀਂ ਦੇਖਦੇ ਆਏ ਹੋ ਕਿ ਅਸੀਂ ਇੱਕ ਆਲ ਪਾਰਟੀ ਮੀਟਿੰਗ ਸੱਦੀ ਸੀ। ਉਹ ਆਲ ਪਾਰਟੀ ਮੀਟਿੰਗ ਸੱਦੀ ਸੀ ਇਸ ਲਈ ਕਿਉਂਕਿ ਸੈਂਟਰ ਨੇ ਕੁਝ ਕਦਮ ਚੱਕੇ ਨੇ ਜਿਹੜੇ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਹੈ। ਪੰਜਾਬ ਕਿਸਾਨੀ ਦਾ ਇੱਕ ਸੂਬਾ ਹੈ। ਅਗਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਹੈ ਤਾਂ ਪੰਜਾਬ ਦੇ ਸੂਬੇ ਦੇ ਖਿਲਾਫ ਨੇ। ਉਹ ਆਰਡੀਨੈਂਸ 3 ਨੇ, ਐਗਰੀਕਲਚਰ ਮਾਰਕੀਟਿੰਗ 'ਤੇ, ਕੰਟਰੈਕਟ ਫਾਰਮਿੰਗ 'ਤੇ ਐਸੈਂਸ਼ੀਅਲ ਕਮੋਡਿਟੀਜ਼ 'ਤੇ। ਇਹ ਜੋ ਲੱਗਦਾ ਹੈ ਕਿ ਇੱਕ ਸ਼ਾਂਤਾ ਕੁਮਾਰ ਕਮੇਟੀ ਬਣੀ ਸੀ, ਉਹ ਸ਼ਾਂਤਾ ਕੁਮਾਰ ਕਮੇਟੀ ਨੇ ਇਹ ਕਿਹਾ ਕਿ MSP ਨੂੰ ਖਤਮ ਕੀਤਾ ਜਾਵੇ ਔਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਬਿਲਕੁਲ ਹੀ ਬੰਦ ਕਰ ਦਿਓ। ਜਦੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਬੰਦ ਹੋ ਜੂ ਔਰ ਉਹ ਖਰੀਦ ਨਹੀਂ ਕਰੂਗੀ ਫਿਰ MSP ਨਹੀਂ ਰਹਿਣੀ। ਹੁਣ ਮੈਂ ਬਾਰ-ਬਾਰ ਇਹ ਮੈਨੂੰ ਅਫਸੋਸ ਹੋਇਆ ਕਿ ਇੱਕ ਵੱਡੀ ਪਾਰਟੀ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਮੈਂ ਬਾਰ-ਬਾਰ ਉਹਨਾਂ ਨੂੰ ਸਮਝਾਉਂਦਾ ਸੀ ਕਿ ਬਈ ਇਹ ਅੱਜ ਇਹ ਨਹੀਂ ਗੱਲ ਕਿ ਉਹਦੇ ਵਿੱਚ ਅੱਜ ਇਹਨਾਂ ਨੇ ਆਰਡੀਨੈਂਸ ਦੇ ਵਿੱਚ ਕੁਝ ਪਾਇਆ ਜਾਂ ਨਹੀਂ, ਪਰ ਇੱਕ ਵਾਰ ਇਹ ਸਾਰੀ ਗੱਲ ਤੁਸੀਂ ਇੱਕ ਵਾਰ ਆਪਣੀ ਫੂਡ ਕਾਰਪੋਰੇਸ਼ਨ ਚੱਕ ਦਿਓ ਔਰ ਤੁਸੀਂ ਇਹ ਸਭ ਕੁਝ ਨਿਕਲਦਾ ਹੈ ਸ਼ਾਂਤਾ ਕਮੇਟੀ ਰਿਪੋਰਟ ਦੇ ਵਿੱਚੋਂ, ਫਿਰ ਸਾਡੇ MSP ਇੱਥੇ ਰਹਿਣੀ ਨਹੀਂ। ਤਾਂ ਅੱਜ ਨਾ ਹੋਏ ਤੁਹਾਡੇ ਲਿਖਣ ਆਰਡੀਨੈਂਸ ਦੇ ਵਿੱਚ, ਲੇਕਿਨ ਜਦੋਂ ਤੁਸੀਂ ਤਾਕਤ ਦੇ ਦੋਗੇ, ਇੱਕ ਵਾਰ ਆਰਡੀਨੈਂਸ ਤੁਸੀਂ ਪਾਸ ਕਰਤੀ, ਫਿਰ ਤੁਹਾਡੇ ਪਾਰਲੀਮੈਂਟ ਨੇ ਪਾਸ ਕਰ ਦੇਣਾ, ਇੱਕ ਐਕਟ ਬਣਾ ਦੇਣਾ, ਫਿਰ ਜਦੋਂ ਮਰਜ਼ੀ ਤੁਸੀਂ ਜੋ ਮਰਜ਼ੀ ਕਰ ਲਓ ਉੱਥੋਂ। ਔਰ ਇਹ ਲੱਗ ਰਿਹਾ ਉੱਧਰ ਨੂੰ। ਔਰ ਮੈਂ ਕਿਹਾ 560 ਕਰੀਬ MP ਨੇ ਸਾਡੇ, ਉਹਦੇ ਵਿੱਚੋਂ ਤੁਸੀਂ
13 MP ਨੇ ਜਿਹੜੇ ਸਾਡੇ ਪੰਜਾਬ ਦੇ ਨੇ। ਇੱਕ ਵਾਰ ਇਹ ਹੋ ਜਾਏ ਜੋ ਅਕਾਲੀ ਦਲ ਕਹਿੰਦੇ ਨੇ ਅਸੀਂ ਗਾਰੰਟੀ ਲੈਣ ਨੂੰ, ਤੁਸੀਂ ਕੈਸੀ ਗਾਰੰਟੀ ਲੈ ਸਕਦੇ ਹੋ? ਤੁਸੀਂ ਗਾਰੰਟੀ ਕਹਿੰਦੇ ਅਸੀਂ, ਅਗਰ ਇਹ ਹੋ ਜਾਏ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਨਾਂ ਨੇ ਨਾਲ ਦੀ ਨਾਲ ਹੀ 13 MP ਕੁਝ ਵੀ ਨਹੀਂ ਕਰ ਸਕਣਗੇ ਔਰ ਫਿਰ ਇਹ MSP ਖਤਮ ਹੋ ਜਾਣੀ ਹੈ ਸਾਡੇ ਪੰਜਾਬ 'ਚ ਔਰ ਫਿਰ ਕਿਸਾਨੀ ਸਾਡੀ ਬਿਲਕੁਲ ਔਖੀ ਘੜੀ ਦੇ ਵਿੱਚ ਸਾਨੂੰ ਲੰਘਣਾ ਪਊ। ਕੱਲ੍ਹ ਉਹ ਦਿਨ ਜਿਸ ਦਿਨ ਹੋਇਆ ਸੀ ਇਹ ਆਲ ਇੰਡੀਆ ਇਹ ਜਿਹੜੀ ਆਲ ਪਾਰਟੀ ਮੀਟਿੰਗ, ਉਹ ਦਿਨ ਸਵੇਰੇ ਹੀ ਪਤਾ ਲੱਗਿਆ ਸੀ ਕਿ ਹੁਸ਼ਿਆਰਪੁਰ ਦੇ ਮੰਡੀ 'ਚ ਮੱਕੀ 600 ਰੁਪਏ ਕੁਇੰਟਲ ਵਿਕ ਰਹੀ ਸੀ, ਜਿੱਥੇ ਹੋਣੀ ਚਾਹੀਦੀ ਹੈ 1700 ਦੇ ਕਰੀਬ। ਤੋ ਇਸ ਕਿਸਮ ਦਾ ਜਿਹੜਾ ਕੰਮ ਹੈ ਇਹ ਪਾਰਟੀਆਂ ਨੂੰ ਜ਼ਿੰਮੇਵਾਰੀ ਨਾਲ ਦੇਖਣਾ ਚਾਹੀਦਾ ਔਰ ਇੱਥੇ ਸਿਆਸਤ ਦੀ ਗੱਲ ਨਹੀਂ। ਸਿਆਸਤ ਮੈਨੂੰ ਯਾਦ ਹੈ ਜਦੋਂ ਸਾਡੀ ਪਿਛਲੀ ਸਰਕਾਰ ਸੀ, ਉਹ ਪਾਣੀ ਦਾ ਬਿੱਲ ਆਇਆ ਸੀ, SYL ਦਾ ਬਿੱਲ, ਔਰ ਉਦੋਂ ਮੈंने ਜਾ ਕੇ ਬਿੱਲ ਪਾਸ ਕਰਾਇਆ। ਸਾਰੇ ਪਾਰਟੀਆਂ ਨੇ ਮੇਰਾ ਸਾਥ ਦਿੱਤਾ, ਪੂਰੀ ਵਿਧਾਨ ਸਭਾ ਇੱਕ ਪਾਸੇ ਸੀਗੀ ਔਰ ਅਸੀਂ ਜਾ ਕੇ ਉਸ ਨੂੰ ਪਾਸ ਕਰਤਾ। ਮੇਰੀ ਪਾਰਟੀ ਔਖੀ ਹੋਈ। ਮੇਰੇ ਪ੍ਰਾਈਮ ਮਿਨਿਸਟਰ ਨੇ ਮੈਨੂੰ ਸੱਦਿਆ, ਡਾਕਟਰ ਮਨਮੋਹਨ ਸਿੰਘ ਜੀ ਨੇ ਮੇਰੇ ਨਾਲ ਔਖੇ ਸੀ ਕਿ ਤੁਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਅਸੀਂ ਕਾਨੂੰਨ ਔਰ ਜੋ ਐਕਟ ਬਣਾਇਆ ਤੁਸੀਂ ਉਹਦੇ ਖਿਲਾਫ ਜਾ ਰਹੇ ਹੋ। ਔਰ ਇਹੀ ਮੇਰੀ ਪਾਰਟੀ ਨੇ ਮੈਨੂੰ ਕਿਹਾ, ਸੋਨੀਆ ਗਾਂਧੀ ਜੀ ਨੇ ਮੈਨੂੰ ਕਿਹਾ। ਲੇਕਿਨ ਮੈਂ ਸੋਚਿਆ ਕਿ ਮੇਰੇ ਇੱਕ ਪਾਸੇ ਪਤਾ ਨਹੀਂ ਹੋ ਸਕਦਾ ਹੈ ਕਿ ਔਖੇ ਹੋ ਕੇ ਮੈਨੂੰ ਇੱਥੇ ਜਿਹੜੀ ਮੈਂ ਚੀਫ ਮਿਨਿਸਟਰ ਬਣਿਆ ਹੋਇਆ ਮੈਨੂੰ ਉੱਥੋਂ ਲਾ ਦੇਣ, ਕੋਈ ਗੱਲ ਨਹੀਂ, ਕਿਉਂਕਿ ਮੇਰਾ ਪੰਜਾਬ ਔਰ ਪੰਜਾਬ ਦੀ ਕਿਸਾਨੀ ਨੰਬਰ 1 'ਤੇ ਮੇਰੇ ਸਾਹਮਣੇ ਮੈਨੂੰ ਨਜ਼ਰ ਆ ਰਹੀ ਸੀ। ਉਹਨਾਂ ਦਾ ਕੀ ਹੋਊਗਾ ਅਗਰ ਪਾਣੀ ਖਤਮ ਹੋ ਜਾਏ ਸਾਡੇ ਪੰਜਾਬ ਦਾ? ਫਿਰ ਉਹਨਾਂ ਦਾ ਕੀ ਹੋਊਗਾ? ਫਸਲਾਂ ਕਿੱਥੋਂ ਆਉਣਗੀਆਂ? ਪੰਜਾਬ ਕਿੱਥੇ ਜਾਊਗਾ? ਕਿਸਾਨੀ ਕਿੱਥੇ ਜਾਊ ਸਾਡੀ? ਉਹੀ ਮੈਂ ਇਹਨਾਂ ਨੂੰ ਕਿਹਾ ਸੀ ਉਸ ਦਿਨ ਕਿ ਆਪਣੇ ਆਪ 'ਤੇ ਤੁਸੀਂ ਤੁਹਾਡੀ ਅਗਰ ਅੰਡਰਸਟੈਂਡਿੰਗ ਦੂਜੀ ਪਾਰਟੀ ਨਾਲ, ਤੁਸੀਂ BJP ਦੇ ਸਾਥੀ ਹੋ, ਦਿੱਲੀ ਦੇ ਵਿੱਚ ਤੁਹਾਡੇ ਮਿਨਿਸਟਰ ਬੈਠੇ ਨੇ, ਅਗਰ ਉਹਦੇ ਕਰਕੇ ਤੁਹਾਨੂੰ ਔਖ ਹੈ ਤਾਂ ਉਹਨੂੰ ਪਾਸੇ ਛੱਡੋ, ਆਪਣੇ ਦਿਲ ਦੀ ਗੱਲ ਕਰੋ। ਔਰ ਦਿਲ ਦੀ ਗੱਲ ਹੈ ਕਿ ਇਹ ਜਿਹੜਾ ਹੈ ਇਹ ਆਰਡੀਨੈਂਸ ਖਰਾਬ ਨੇ, ਲੇਕਿਨ ਨਹੀਂ ਮੰਨੇ ਸਾਡੇ। ਔਰ ਹੁਣ ਤੁਸੀਂ ਦੇਖਦੇ ਰਹਿਣਾ, ਅਸੀਂ ਤਾਂ ਇਹਦੇ ਖਿਲਾਫ ਜਾ ਰਹੇ ਹਾਂ, ਅਸੀਂ ਇਹਦੇ ਬਿਲਕੁਲ ਅਸੀਂ ਇਹਦੇ ਨਾਲ ਸਾਥ ਨਹੀਂ ਕਰਨਾ। ਲੇਕਿਨ ਅਗਰ ਇਹ ਪਾਸ ਹੋ ਜਾਊਗਾ ਤਾਂ ਫਿਰ ਤੁਸੀਂ ਯਾਦ ਰੱਖੋ ਮੇਰੀਆਂ ਗੱਲਾਂ ਜਿਹੜੀਆਂ ਅੱਜ ਮੈਂ ਕਹਿ ਰਿਹਾ ਕਿ ਬਿਲਕੁਲ ਸਾਡੀ ਕਿਸਾਨੀ ਨੂੰ ਖਰਾਬ ਕਰਕੇ ਛੱਡਣਗੇ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ, ਸਿਰਫ ਇਸ ਲਈ ਕਿ ਅਸੀਂ BJP ਦੇ ਨਾਲ ਆਪਣਾ ਰਿਸ਼ਤਾ ਨਹੀਂ ਤੋੜਨਾ। ਦੇਖ ਲਓ, ਉਹਨਾਂ ਦੀ ਮਰਜ਼ੀ ਹੈ। ਅੰਤ ਵਿੱਚ ਤਾਂ ਤੁਹਾਡੇ ਕੋਲ ਹੀ ਆਉਣਗੇ, ਤੁਸੀਂ ਫਿਰ ਉਹਨਾਂ ਨੂੰ ਸਮਝਾ ਦੇਣਾ। ਹੁਣ ਮੈਂ ਆਉਣਾ ਚਾਹੁੰਦਾ ਤੁਹਾਡੇ ਕੁਝ ਸਵਾਲਾਂ 'ਤੇ ਜਿਹੜੇ ਤੁਸੀਂ ਮੈਨੂੰ ਅੱਜ ਕੀਤੇ ਨੇ। ਬਹੁਤ ਸਵਾਲ ਆਉਂਦੇ ਨੇ, ਫਿਰ ਸਾਡੀ ਜਿਹੜੇ ਟੀਮ ਹੈ ਉਹ ਬਹਿੰਦੀ ਹੈ ਔਰ ਬਹਿ ਕੇ ਜਿਹੜੇ ਇੱਕੋ ਹੀ ਕਿਸੇ ਚੀਜ਼ 'ਤੇ ਜ਼ਿਆਦਾ ਸਵਾਲ ਹੋਣ ਉਹ ਸਵਾਲਾਂ ਨੂੰ ਫਿਰ ਕੱਢ ਕੇ ਬਾਹਰ ਲਿਆਉਂਦੇ ਨੇ। ਅਤੇ ਮੈਂ ਉਹ ਗੱਲ ਤੁਹਾਡੇ ਕੋਲ ਹੁਣੇ ਆ ਰਹੀ ਹੈ ਪਠਾਨਕੋਟ ਤੋਂ। ਦੀਪਕ ਠਾਕੁਰ ਜੀ ਨੇ ਕਿਹਾ ਕਿ ਸਾਡੇ ਕੋਲ ਇੱਕ ਕੋਆਪਰੇਟਿਵ ਬੈਂਕ ਸੀ ਔਰ ਉਹ ਬੈਂਕ ਦੇ ਵਿੱਚ ਹੁਣ ਗੜਬੜ ਹੋ ਗਈ। ਅਸੀਂ ਬਹੁਤ ਲੋਕ ਨੇ ਜਿਨ੍ਹਾਂ ਨੇ ਅਸੀਂ ਉਹਦੇ ਵਿੱਚ ਆਪਣਾ ਪੈਸਾ ਪਾਇਆ ਸੀ, ਕੀ ਹੋਊਗਾ ਸਾਡਾ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੋਆਪਰੇਟਿਵ ਮਹਿਕਮੇ ਨੇ ਇੱਕ ਬੰਦਾ ਨਿਯੁਕਤ ਕੀਤਾ ਜੋ ਇਸ ਗੱਲ ਨੂੰ ਦੇਖ ਰਿਹਾ। ਪੈਸੇ ਵਾਪਸ ਆ ਰਹੇ ਨੇ, ਲਏ ਜਾ ਰਹੇ ਨੇ ਲੋਕਾਂ ਤੋਂ ਜਿਨ੍ਹਾਂ ਨੇ ਇੱਥੇ ਇਸ ਬੈਂਕ ਨੂੰ ਖਰਾਬ ਕੀਤਾ ਔਰ ਬੜੀ ਜਲਦੀ ਹੀ ਅਸੀਂ ਇਸ ਬੈਂਕ ਨੂੰ ਠੀਕ ਕਰਾ ਕੇ ਤੁਹਾਡੇ ਪੈਸੇ ਕਿਤੇ ਨਹੀਂ ਜਾਂਦੇ, ਅਸੀਂ ਜਾਣ ਨਹੀਂ ਦੇਵਾਂਗੇ, ਅਸੀਂ ਪੂਰਾ ਧਿਆਨ ਰੱਖਾਂਗੇ ਇਹਦੇ 'ਤੇ। ਤੋ ਇਹ ਨਾ ਤੁਸੀਂ ਫਿਕਰ ਕਰੋ ਦੀਪਕ ਜੀ, ਇਹ ਤੁਹਾਡਾ ਜੋ ਤੁਸੀਂ ਇਨਵੈਸਟਮੈਂਟ ਕੀਤੀ ਹੈ ਇਹਦੇ 'ਚ ਉਹ ਬਿਲਕੁਲ ਠੀਕ ਰਹੇਗੀ, ਤੁਸੀਂ ਪੈਸੇ ਨਹੀਂ ਗਵਾਓਗੇ ਆਪਣੇ। ਇਹ ਅਬੋਹਰ ਤੋਂ ਵਿਸ਼ਾਲ ਠਾਕੁਰ ਜੀ ਮੈਨੂੰ ਕਹਿੰਦੇ ਨੇ, ਪਿਛਲੀ ਵਾਰ ਵੀ ਆਇਆ ਸੀ ਇਹ ਸਵਾਲ ਕਿ ਅਬੋਹਰ ਤੋਂ ਕਿ ਬੜੇ ਲੰਬੇ ਪਾਵਰ ਕੱਟ ਹੁੰਦੇ ਨੇ। ਮੈਂ ਚੈੱਕ ਕਰ ਰਿਹਾ ਕਿ ਕਿਉਂ। ਸਾਰੇ ਪੰਜਾਬ ਤਾਂ ਹੁੰਦਾ ਨਹੀਂ, ਕਦੇ ਟ੍ਰਿਪਿੰਗ ਹੋ ਜਾਂਦੀ ਹੈ, ਉਹ ਵੱਖਰੀ ਗੱਲ ਹੈ, ਲੇਕਿਨ ਖਾਸ ਕਰਕੇ ਅਬੋਹਰ ਕਿਉਂ ਇਹ ਗੱਲ ਹੈ। ਔਰ ਮੈਂ ਹੁਣ ਬਿਜਲੀ ਬੋਰਡ ਨੂੰ ਇਹ ਸਵਾਲ ਕਰਕੇ ਮੈਂ ਜਵਾਬ ਲਊਂਗਾ ਔਰ ਅਗਲੀ ਵਾਰ ਮੈਂ ਤੁਹਾਨੂੰ ਦੇਵਾਂਗਾ ਕਿ ਕੀ ਕਾਰਨ ਹੈ ਕਿ ਅਬੋਹਰ ਦੇ ਵਿੱਚ ਕਿਉਂ ਹੋ ਰਿਹਾ। ਮੈਂ ਨਹੀਂ ਹੁਣ ਦੇਵਾਂਗਾ ਇਸ ਗੱਲ ਨੂੰ। ਆਖਿਰਕਾਰ ਪੂਰੇ ਪੰਜਾਬ ਦੇ ਵਿੱਚ ਅਗਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਬਿਜਲੀ ਆ ਰਹੀ ਹੈ ਠੀਕ, ਅਤੇ ਅਬੋਹਰ 'ਚ ਕਿਉਂ ਇਹ ਕਮੀ ਆ ਰਹੀ ਹੈ, ਸਾਨੂੰ ਇਹ ਪਤਾ ਕਰਕੇ ਤੁਹਾਨੂੰ ਦੱਸਾਂਗੇ ਅਸੀਂ। ਫਿਰ ਤੁਸੀਂ ਕਿਹਾ ਕਰੋਨਾ ਦਾ ਜਿਹੜੇ ਹੈ ਕਿ ਇਹ ਜਿਹੜੀਆਂ ਵੱਡੇ ਹੌਸਪੀਟਲ ਨੇ ਕਰੋਨਾ ਵਾਸਤੇ ਉਹ ਜ਼ਿਆਦਾ ਬਿੱਲ ਵਗੈਰਾ ਉਹ ਦਿੰਦੇ ਨੇ, ਅਸੀਂ ਦੇ ਨਹੀਂ ਸਕਦੇ, ਸਾਡੇ ਕੋਲ ਇੰਨੀ ਗੁੰਜਾਇਸ਼ ਨਹੀਂ। ਤੁਸੀਂ ਜਾ ਸਕਦੇ ਹੋ ਕਦੇ ਵੀ ਕਿਸੇ ਵੀ ਗਵਰਨਮੈਂਟ ਹੌਸਪੀਟਲ 'ਚ। ਕਰੋਨੇ ਦਾ ਅਸੀਂ ਬਹੁਤ ਉੱਥੇ ਪ੍ਰਬੰਧ ਕੀਤਾ ਹੋਇਆ ਹੈ ਔਰ ਤੁਹਾਡੀ ਉੱਥੇ ਟ੍ਰੀਟਮੈਂਟ ਬਿਲਕੁਲ ਫ੍ਰੀ ਹੈ, ਟੈਸਟਿੰਗ ਵੀ ਫ੍ਰੀ ਹੈ,
ਕੋਈ ਤੁਹਾਨੂੰ ਪੈਸਾ ਦੇਣ ਦੀ ਲੋੜ ਨਹੀਂ, ਔਰ ਟ੍ਰੀਟਮੈਂਟ ਵੀ ਤੁਹਾਡੀ ਫ੍ਰੀ ਹੈ। ਜਿੱਥੇ ਤਾਈਂ ਵੱਡੇ ਹਸਪਤਾਲਾਂ ਦਾ ਮਸਲਾ ਅਸੀਂ ਇਹਨਾਂ ਨੂੰ ਟੇਕਅਪ ਕੀਤਾ ਹੋਇਆ, ਨੈਸ਼ਨਲ ਲੈਵਲ 'ਤੇ ਵੀ ਟੇਕਅਪ ਹੋ ਰਿਹਾ, ਅਸੀਂ ਵੀ ਕਰ ਰਹੇ ਹਾਂ ਕਿ ਇਹ ਤੁਸੀਂ ਨਹੀਂ ਕਰ ਸਕਦੇ ਕਿ ਇਸ ਤਰੀਕੇ ਨਾਲ ਇਹ ਪੈਸੇ ਗਰੀਬਾਂ ਤੋਂ ਤੁਸੀਂ ਲਓ ਵੱਡੀ ਇੱਕ ਕੋਈ ਬਿਮਾਰੀ ਵਾਸਤੇ। ਸੋ ਜਦੋਂ ਸਾਡੇ ਨਾਲ ਉਹਨਾਂ ਦੇ ਨਾਲ ਗੱਲ ਹੋਈ ਨਹੀਂ ਹੈ, ਡਾਕਟਰ ਤੁਸੀਂ ਦੇਖਿਆ ਹੋਣਾ ਹੈ ਕਿ ਮੈਡੀਕਲ ਜਿਹੜੀ ਸਾਡੀ ਐਸੋਸੀਏਸ਼ਨ ਹੈ ਪੰਜਾਬ ਦੀ, ਉਹ ਮੈਨੂੰ ਮਿਲਣਾ ਚਾਹੁੰਦੇ ਨੇ, ਮੈਂ ਵੀ ਮਿਲੂੰਗਾ, ਲੇਕਿਨ ਉਸ ਤੋਂ ਪਹਿਲਾਂ ਸਾਡਾ ਮਹਿਕਮਾ ਵੀ ਮਿਲੂ ਔਰ ਅਸੀਂ ਇਹਨਾਂ ਦਾ ਕੋਈ ਹੱਲ ਕੱਢਾਂਗੇ ਕਿ ਦੇयर हैज़ टू बी ਸਿਸਟਮ, ਕੋਈ ਸਿਸਟਮ ਹੋਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਲੋਕਾਂ ਨੂੰ ਲੁੱਟਣ ਲੱਗ ਜਾਓ ਕਿਉਂਕਿ ਬਿਮਾਰੀ ਇਹਦੀ ਫੈਲ ਰਹੀ ਹੈ ਇੱਥੇ, ਇਹਦਾ ਵੀ ਹੱਲ ਅਸੀਂ ਕੱਢਾਂਗੇ। ਇੱਕ ਤੁਸੀਂ ਅਮਰਜੀਤ ਜੀ ਚੀਮਾ ਜਨਰਲ ਤੋਂ ਮੈਨੂੰ ਕਿਹਾ ਕਿ ਸਾਡੇ SUV ਗੱਡੀ 'ਚ 4 ਮੈਂਬਰ ਤੁਸੀਂ ਅਲਾਉ ਕਰ ਦਿਓ ਬੈਠਣ ਨੂੰ। ਬੇਟਾ ਤੁਸੀਂ ਜ਼ਿਆਦਾ 4 ਬੰਦੇ ਕਿਉਂ, ਆਪਣੇ ਪਰਿਵਾਰ ਨੂੰ ਸਾਰਿਆਂ ਨੂੰ ਉੱਥੇ ਬਿਠਾ ਲਓ। ਤੁਹਾਡੇ 4 ਸਾਹਮਣੇ ਦੀ ਸੀਟ ਹੈ, ਵਿਚਾਲੀ ਸੀਟ ਹੈ, ਪਿਛਲੀ ਸੀਟ ਹੈ, ਪਰ ਫੈਮਿਲੀ ਦੇ ਰਹੇ ਹੋਣ। ਇਹ ਨਹੀਂ ਕਿ ਤੁਸੀਂ ਫੈਮਿਲੀ ਵਰਤ ਕੇ ਤੁਸੀਂ ਹੋਰਾਂ ਨੂੰ ਬਿਠਾਉਣ ਲੱਗ ਜਾਓ। ਅਗਰ ਤੁਹਾਡੇ ਫੈਮਿਲੀ 5 ਮੈਂਬਰ ਨੇ ਜਾਂ 6 ਮੈਂਬਰ ਨੇ, ਸ਼ੌਕ ਨਾਲ ਤੁਸੀਂ ਬਿਠਾ ਦਿਓ। ਅਸੀਂ ਦੱਸ ਦਾਂਗੇ ਪੁਲਿਸ ਨੂੰ ਕਿ ਕੋਈ ਚਲਾਨ ਨਹੀਂ ਹੋਊਗਾ। ਇਹ ਆਪਣੀ ਫੈਮਿਲੀ ਵਾਸਤੇ ਕੋਈ ਵੀ ਆਪਣੇ ਬੰਦਿਆਂ ਨੂੰ ਉੱਥੇ ਬੱਚਿਆਂ ਨੂੰ ਲਿਜਾ ਸਕੂ ਨਾਲ। ਇੱਕ ਤੁਸੀਂ ਮੈਨੂੰ ਪੁੱਛਿਆ ਸੀ GNDU ਐਗਜ਼ਾਮਸ, ਇਹ ਹੈ ਪ੍ਰਿੰਸ ਗੁਰਦਾਸਪੁਰ ਤੋਂ, ਲਾਈਕ ਮਹਾਰਾਸ਼ਟਰ, ਹਰਿਆਣਾ, ਦਿੱਲੀ ਵਗੈਰਾ ਨੇ, ਇਹਨਾਂ ਨੇ ਬਿਲਕੁਲ ਕੈਂਸਲ ਕਰ ਦਿੱਤੀ। ਸਾਡਾ ਇੱਕ ਯੂਨੀਵਰਸਿਟੀਜ਼ ਦੇ ਇੱਕ ਮੀਟਿੰਗ ਹੋ ਰਹੀ ਸੀ, ਮੇਰਾ ਪਤਾ ਨਹੀਂ ਅੱਜ ਹੋਣੀ ਸੀ ਜਾਂ ਕੱਲ੍ਹ ਸਵੇਰੇ ਹੈਗੀ, ਜਿੱਥੇ ਇਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਲਿਖ ਕੇ ਪ੍ਰੋਪਰ ਤਰੀਕੇ ਨਾਲ ਅਸੀਂ ਪਰਮਿਸ਼ਨ ਲੈ ਕੇ ਇਹ ਦੇਖਾਂਗੇ ਕਿ ਕੈਂਸਲ ਹੁੰਦੀ ਹੈ ਜਾਂ ਨਹੀਂ। ਜੋ ਪਤਾ ਲੱਗ ਰਿਹਾ ਹੈ ਇਸ ਵੇਲੇ, ਜੋ ਦਿੱਲੀ 'ਚ ਫੈਸਲਾ ਹੋ ਰਿਹਾ ਹੈ ਕਿ ਐਗਜ਼ਾਮ ਕੈਂਸਲ ਹੋਣੇ ਚਾਹੀਦੇ ਨੇ, ਲੇਕਿਨ ਜਦੋਂ ਤਾਈਂ ਸਾਡੇ ਵਾਈਸ ਚਾਂਸਲਰ ਸਾਡੇ ਮੀਟਿੰਗ ਕਰਕੇ ਸਾਡੇ ਐਜੂਕੇਸ਼ਨ ਮਹਿਕਮੇ ਦੇ ਨਾਲ ਇਸ ਨੂੰ ਆਪਣਾ ਫੈਸਲਾ ਨਹੀਂ ਕਰਦੇ ਤਾਂ ਮੈਂ ਤੁਹਾਨੂੰ ਅੱਜ ਕੋਈ ਕੰਕਰੀਟ ਇਹਦਾ ਜਵਾਬ ਨਹੀਂ ਦੇ ਸਕਦਾ। ਉਹ ਜੈਸੇ ਹੀ ਪਤਾ ਲੱਗ ਜੂ ਸਾਨੂੰ ਕਿ ਉਹ ਫੈਸਲੇ ਕੀ ਹੋਇਆ ਇਸ ਕਮੇਟੀ 'ਚ, ਅਸੀਂ ਤੁਹਾਨੂੰ ਇਤਲਾਹ ਕਰ ਦਾਂਗੇ। ਲੇਕਿਨ ਜ਼ਿਆਦਾ ਦੇਰ ਨਹੀਂ ਤੁਹਾਨੂੰ ਵੇਟ ਕਰਨਾ ਪਊਗਾ। ਤੁਸੀਂ ਕਹਿ ਰਹੇ ਹੋ ਕਿ ਅਸੀਂ ਬੜੇ ਦਿਨਾਂ ਦੇ ਇੰਤਜ਼ਾਰ ਕਰ ਰਹੇ ਹਾਂ, ਸਿਰਫ 2 ਜਾਂ 3 ਦਿਨ ਦੀ ਲੋੜ ਹੈ। ਜਦੋਂ ਇਹ ਫੈਸਲਾ ਹੋ ਜੂ ਤੁਹਾਨੂੰ ਦੱਸਿਆ ਜਾਊਗਾ। ਕਰਨ ਸ਼ਰਮਾ ਜੀ ਲੁਧਿਆਣੇ ਦੇ ਕਹਿ ਰਹੇ ਨੇ ਕਿ ਸਾਡੇ ਤੁਹਾਡੇ ਮਿਨਿਸਟਰ ਨੇ, ਹੈਲਥ ਮਿਨਿਸਟਰ ਨੇ ਕਿਹਾ ਹੈ ਕਿ ਫਿਰ ਸਾਨੂੰ ਅੱਗੇ ਸ਼ਾਇਦ ਲੋਕਡਾਊਨ ਵਧਾਉਣਾ ਪਵੇ। ਦੇਖੋ ਬੇਟਾ, ਇਹ ਤੁਹਾਡੇ 'ਤੇ ਹੈ, ਮੇਰੇ 'ਤੇ ਹੈ, ਸਾਰੇ ਪੰਜਾਬ 'ਤੇ ਹੈ। ਅਗਰ ਆਪਾਂ ਕੰਟਰੋਲ ਕਰ ਜਾਈਏ ਫਿਰ ਲੋਕਡਾਊਨ ਦੀ ਕੀ ਲੋੜ ਹੁੰਦੀ ਹੈ? ਜਦੋਂ ਤੁਸੀਂ ਕੰਟਰੋਲ ਕਰ ਲਓਗੇ ਸਾਰੀ ਚੀਜ਼ਾਂ ਨੂੰ, ਜੈਸੇ ਮੈंने ਕਿਹਾ, ਫਿਰ ਲੋਕਡਾਊਨ ਦੀ ਲੋੜ ਨਹੀਂ। ਲੇਕਿਨ ਅਗਰ ਇਹ ਵਿਗੜਦਾ ਜਾਊਗਾ ਫਿਰ ਸਾਨੂੰ ਫਿਰ ਸੋਚਣਾ ਪਊ। ਸੋ ਇਹ ਮੈਂ ਆਪਣੇ ਪੰਜਾਬ ਨੂੰ ਔਰ ਤੁਹਾਨੂੰ ਬਚਾਉਣਾ ਹੈ। ਪੰਜਾਬ ਕੀ ਹੈ? ਪੰਜਾਬ ਲੋਕਾਂ ਦਾ ਪੰਜਾਬ ਹੈ। ਪੰਜਾਬੀ ਰਹਿੰਦੇ ਨੇ ਪੰਜਾਬ ਦੇ ਵਿੱਚ, ਔਰ ਤੁਸੀਂ ਉਹ ਪੰਜਾਬੀ, ਮੈਂ ਪੰਜਾਬੀ। ਅਸੀਂ ਤਾਂ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ, ਸਾਰਿਆਂ ਨੂੰ ਸੰਭਾਲਣਾ ਹੈ। ਸੋ ਦੈਟ ਇਜ਼ ਵਾਈ ਤੁਸੀਂ ਅਗਰ ਇਸ ਨੂੰ, ਮੇਰੀ ਗੱਲ ਗੰਭੀਰਤਾ ਨਾਲ ਲੈ ਕੇ ਤੁਸੀਂ ਇਸ ਕੋਵਿਡ ਨੂੰ ਆਪਾਂ ਰੋਕ ਸਕੀਏ ਤਾਂ ਫਿਰ ਆਪਾਂ ਨੂੰ ਲੋਕਡਾਊਨ ਦੀ ਲੋੜ ਨਹੀਂ ਫਿਰ ਮੈਨੂੰ ਸੋਚਣਾ ਪਊ ਕਿ ਕੈਸੇ ਕਰਨਾ ਹੈ। ਕਿਉਂਕਿ ਮੈਂ ਇੱਥੇ ਪੰਜਾਬ ਨੂੰ ਖਰਾਬ ਨਹੀਂ ਹੋਣ ਦੇਵਾਂਗਾ। ਮੈਂ ਆਪਣੇ ਪੰਜਾਬੀਆਂ ਨੂੰ ਇਹ ਕੋਵਿਡ ਨਹੀਂ ਲੱਗਣ ਦੇਣੀ ਔਰ ਆਪਣੇ ਬੱਚਿਆਂ ਨੂੰ ਕੋਵਿਡ ਨਹੀਂ ਲੱਗਣ ਦੇਣੀ। ਇਸ ਕਰਕੇ ਤੁਹਾਨੂੰ ਥੋੜ੍ਹਾ ਇਸ 'ਤੇ ਧਿਆਨ ਦਿਓ। ਤੁਸੀਂ ਭੁਪਿੰਦਰ ਸਿੰਘ ਜੀ ਸਰਾਹ ਪਾਤਰਾਂ ਤੋਂ ਪੁੱਛਦੇ ਨੇ ਕਿ ਮੇਰੇ ਪਿੰਡ ਹਰਿਆਈ ਖੁਰਦ ਹੈ ਔਰ ਉੱਥੋਂ ਪਾਤਰਾਂ ਜਾਣਾ ਪੈਂਦਾ, ਕੋਈ ਬੱਸਾਂ ਨਹੀਂ ਹੈ। ਹੁਣ ਇਹ ਬੱਸਾਂ ਜਿਹੜੀਆਂ ਮਿਨੀ ਬੱਸਿਸ ਆਮ ਤੌਰ 'ਤੇ ਪਿੰਡਾਂ ਤੋਂ ਲੈ ਜਾਂਦੀਆਂ ਨੇ ਪਾਤਰਾਂ, ਔਰ ਉੱਥੋਂ ਵੱਡੀਆਂ ਬੱਸਾਂ ਅੱਗੇ ਲੈ ਜਾਂਦੀਆਂ ਨੇ। ਇਹ ਇਸ ਲਈ ਮੇਰਾ ਖਿਆਲ ਨਹੀਂ ਚੱਲ ਰਹੀਆਂ ਕਿਉਂਕਿ ਪੈਟਰੋਲ ਹੋ ਗਿਆ ਬਹੁਤ ਮਹਿੰਗਾ, ਡੀਜ਼ਲ ਹੋ ਗਿਆ ਬਹੁਤ ਮਹਿੰਗਾ, ਔਰ ਅਸੀਂ ਸੋਸ਼ਲ ਡਿਸਟੈਂਸਿੰਗ ਰੱਖੀ ਸੀ ਕਿ ਅੱਧੇ ਬੰਦੇ ਆ ਸਕਦੇ ਨੇ ਔਰ ਫਾਸਲਾ ਛੱਡਣਾ ਚਾਹੁੰਦੇ, ਔਰ ਉਹ ਉਹਨਾਂ ਨੂੰ ਪੁੱਗਦਾ ਨਹੀਂ ਹੋਣਾ ਉਹਨਾਂ ਬੱਸਾਂ ਕਰਨ ਜਿਹੜੇ ਮਿਨੀ ਬੱਸਿਸ ਚਲਾਉਂਦੇ ਨੇ। ਇਸ ਕਰਕੇ ਇਸ ਜਿਹੜੀ ਰੁਕਾਵਟ ਸੀ ਇਸ ਨੂੰ ਮੈਂ ਹਟਾ ਰਿਹਾ। ਅੱਜ ਤੁਸੀਂ ਜਿਹੜੇ ਮਿਨੀ ਬੱਸਿਸ ਹੋਣ ਜਾਂ ਵੱਡੀਆਂ ਬੱਸਾਂ ਹੋਣ, ਇੱਕ ਸ਼ਰਤ 'ਤੇ ਕਿ ਕੋਈ ਬੰਦਾ ਬੱਸ 'ਚ ਨਹੀਂ ਚੜੂਗਾ ਜਦ ਤਾਈਂ ਮਾਸਕ ਨਹੀਂ ਪਾਉਂਦਾ। ਮਾਸਕ ਪਾਓ, ਬੱਸਾਂ ਚੜ੍ਹੋ। ਮਿਨੀ ਬੱਸਿਸ ਵੀ ਚੱਲਣਗੀਆਂ ਜਦੋਂ ਫੁੱਲ ਪੂਰੀਆਂ ਭਰੀਆਂ ਹੋਣਗੀਆਂ, ਔਰ ਵੱਡੀਆਂ ਬੱਸਾਂ ਵੀ ਚੱਲਣਗੀਆਂ, ਔਰ ਇਹ ਬੱਸ ਫਿਰ ਥੋੜ੍ਹੇ ਚੱਲਣ ਲੱਗ ਜਾਣਗੇ। ਲੇਕਿਨ ਤੁਸੀਂ ਆਪਣੇ ਮਾਸਕ ਪਾ ਕੇ ਉਹ ਬੱਸਾਂ ਦੇ ਵਿੱਚ ਬਹਿਣਾ। ਔਰ ਹੁਣ ਅਸੀਂ ਚੱਕਦੇ ਹਾਂ ਜਿਹੜਾ ਬੈਨ ਸੀਗਾ ਔਰ 50% ਰੱਖਦੇ ਸੀ, ਉਹ ਨਹੀਂ ਰੱਖਾਂਗੇ, ਨਾ ਛੋਟੇ ਬੱਸਾਂ 'ਚ, ਨਾ ਵੱਡੀਆਂ ਮਿਨੀ ਬੱਸਾਂ 'ਚ ਜਾਂ ਵੱਡੀਆਂ ਬੱਸਾਂ 'ਚ। 100% ਉੱਥੇ ਜਾ ਸਕਣਗੇ ਆਪਣੇ ਜਿਹੜੇ ਮੁਸਾਫਰ ਨੇ। ਲੇਕਿਨ ਇੱਕੋ ਹੀ ਕੰਡੀਸ਼ਨ ਹੈ ਕਿ ਮਾਸਕ ਪਾ ਕੇ। ਤੁਸੀਂ ਮੈਨੂੰ ਪ੍ਰੋਫੈਸਰ ਰਿਸ਼ਪਾਲ ਸਿੰਘ ਜੀ ਬਰਾੜ, ਸਾਰੀ ਕੈਨੇਡਾ ਤੋਂ ਮੈਨੂੰ ਤੁਸੀਂ ਪੁੱਛ ਰਹੇ ਹੋ ਕਿ ਜਿਹੜਾ ਥਰਮਲ ਪਲਾਂਟ ਹੈ ਬਠਿੰਡੇ ਦਾ, ਇਹਨੂੰ
ਇਹ ਜਿਹੜੇ ਥਰਮਲ ਪਲਾਂਟਸ ਤੇ ਟਾਵਰਸ ਨੇ, it has become a tourist, it can become a tourist thing. Yes, I will certainly, ਪ੍ਰੋਫੈਸਰ ਸਾਹਿਬ ਮੈਂ ਇਸ ਨੂੰ ਦੇਖੂੰਗਾ। ਤੁਸੀਂ ਵੀ ਬਠਿੰਡੇ ਦੇ, ਮੈਂ ਵੀ ਬਠਿੰਡੇ ਦਾ, ਹੈ ਤਾਂ ਪਟਿਆਲੇ ਰਹਿਣ ਵਾਲਾ, ਲੇਕਿਨ ਮੇਰਾ ਪਿੰਡ ਤਾਂ ਬਠਿੰਡੇ ਹੀ ਹੈ, ਮਹਾਰਾਜ। ਤੋ ਆਈ ਐਮ ਵੈਰੀ ਹੈਪੀ ਕਿ ਤੁਸੀਂ ਇਸ ਬਠਿੰਡੇ, ਸਾਡੇ ਬਠਿੰਡੇ ਨੂੰ ਬਿਲਕੁਲ ਦੇਖਣਾ ਚਾਹੁੰਦੇ ਹੋ ਔਰ ਇੱਕ ਹੈਰੀਟੇਜ ਸਿਸਟਮ ਨਾਲ ਦੇਖਣਾ ਚਾਹੁੰਦੇ ਹੋ। ਆਪਣਾ ਕਿਲ੍ਹਾ ਵੀ ਜਿਹੜਾ ਢਹਿਦਾ ਜਾ ਰਿਹਾ ਹੈ, ਆਈ ਹੋਪ ਦੇ ਆਰਕੀਓਲੋਜੀਕਲ ਸਰਵੇ ਉਸ ਨੂੰ ਵੀ ਦੇਖੇਗਾ, ਉਹਨੂੰ ਵੀ ਠੀਕ ਕਰੇ, ਬਿਕੋਜ਼ ਉਹ ਖਰਾਬ ਹੋ ਰਿਹਾ। ਔਰ ਇੱਕ ਇਹ ਤਾਂ ਬਹੁਤ ਪੁਰਾਣਾ ਕਿਲ੍ਹਾ ਹੈ, ਤਾਂ ਇਟ ਆਈ ਥਿੰਕ ਫॉर 1000 ਈਅਰ ਮੇ ਬੀ। ਰਜ਼ੀਆ ਸੁਲਤਾਨ, ਤੁਸੀਂ ਨਾਮ ਸੁਣਿਆ ਪ੍ਰੋਫੈਸਰ ਸਾਹਿਬ, ਤੁਸੀਂ ਤਾਂ ਸੁਣਿਆ ਹੋਣਾ। ਰਜ਼ੀਆ ਸੁਲਤਾਨ ਤਾਂ ਉਸ ਕਿਲ੍ਹੇ 'ਚ ਕੈਦ ਰਹੇ ਸੀ। ਸੋ ਇਟ ਇਜ਼ ਅ ਵੈਰੀ ਓਲਡ ਹਿਸਟੋਰੀਕਲ ਕਿਲ੍ਹਾ, ਉਹ ਵੀ ਅਸੀਂ ਦੇਖਣਾ। ਔਰ ਹੋਰ ਕੋਈ ਹੈਰੀਟੇਜ ਪੁਆਇੰਟਸ ਨੇ। ਸੋ ਆਈ ਵਿਲ ਸਰਟਨਲੀ ਗਿਵ ਦਿਸ ਫੁੱਲ ਥਾਟ ਕਿ ਅਸੀਂ ਕੈਸੇ ਤੁਹਾਡੇ ਇਹ ਜਿਹੜੇ ਟਾਵਰਸ ਨੇ ਰੱਖ ਸਕੀਏ। ਸ਼ਾਇਦ ਅਸੀਂ ਇਹਨਾਂ ਨੂੰ ਕੋਈ ਰੈਸਟੋਰੈਂਟ ਬਣਾ ਦਈਏ, ਸਮੀਟਰੀਜ਼, ਵਾਟ ਐਵਰ ਇਟ ਇਜ਼, ਕੁਛ ਸੋਚ ਕੇ ਕਰਾਂਗੇ। ਬਟ ਤੁਹਾਡਾ ਸੁਜੈਸ਼ਨ ਆਈ ਅਪਰੀਸ਼ੀਏਟ ਵੈਰੀ ਮਚ। ਬੜਾ ਧੰਨਵਾਦੀ ਹਾਂ ਤੁਹਾਡਾ ਇਹ ਸੁਝਾਅ ਵਾਸਤੇ। ਪੈਟਰੋਲ ਅਤੇ ਡੀਜ਼ਲ ਵੱਧਦਾ ਜਾ ਰਿਹਾ ਡੇਲੀ, ਇਹਦਾ ਕੀ ਕਰ ਸਕਦੇ ਹਾਂ ਹੁਣ? ਇਹ ਸਾਡੇ ਹੱਥ 'ਚ ਨਹੀਂ। ਅਸੀਂ ਵੀ, ਤੁਹਾਨੂੰ ਸ਼ਾਇਦ ਪਤਾ ਹੋਊਗਾ ਕਿ ਸਾਡੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਕਿ ਅੱਜ ਤੋਂ ਕੋਈ 4 ਕੁ ਦਿਨ ਹੋਏ, ਔਰ ਉੱਥੇ ਇੱਕ ਮੁੱਦਾ ਆਇਆ ਸੀ ਕਿ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ ਉਸ ਕਾਂਗਰਸ ਵਰਕਿੰਗ ਕਮੇਟੀ ਨੇ ਕਿ ਗਵਰਨਮੈਂਟ ਸ਼ੁੱਡ ਰੋਲ ਬੈਕ ਔਨ ਪੈਟਰੋਲ ਐਂਡ ਡੀਜ਼ਲ ਚਾਰਜਸ। ਕਿਉਂਕਿ ਉੱਥੇ ਕਿਹਾ ਸੀ ਕਿ ਇਹ ਜਦ ਤੋਂ ਵਧਾਏ ਨੇ ਪੈਟਰੋਲ ਔਰ ਡੀਜ਼ਲ, ਗਵਰਨਮੈਂਟ ਹੈਜ਼ ਗੇਨਡ 1,80,000 ਕਰੋੜਸ, ਔਰ 1,80,000 ਕਰੋੜ ਉਹ ਬਣਾ ਚੁੱਕੇ ਨੇ ਇਸ ਪੈਟਰੋਲ 'ਤੇ। ਹੁਣ ਵਾਪਸ ਕਰੋ ਔਰ ਲੋਕਾਂ ਨੂੰ ਵਾਪਸ ਕਰੋ। ਸੋ ਆਈ ਹੋਪ ਕਿ ਗਵਰਨਮੈਂਟ ਆਫ ਇੰਡੀਆ ਇਸ 'ਤੇ ਸੋਚੇਗੀ ਔਰ ਕੁਝ ਰੋਲ ਬੈਕ ਕਰਨਗੇ ਤਾਂ ਕਿ ਲੋਕਾਂ ਨੂੰ ਕੁਛ ਬੈਨੀਫਿਟ ਇਹਦਾ ਮਿਲ ਸਕੇ। ਤੁਸੀਂ ਪੁੱਛਿਆ ਫਿਰ ਕਿ ਅਗਰ ਤੁਹਾਨੂੰ ਜਾਂ ਤੁਹਾਡੇ ਕੋਈ ਪਰਿਵਾਰ ਦੇ ਮੈਂਬਰ ਨੂੰ ਕੋਈ ਕੋਵਿਡ ਹੋ ਜੇ, ਸਰਬੱਤ ਸਿਹਤ ਬੀਮਾ ਦੇ ਵਿੱਚ ਤੁਸੀਂ ਆ ਸਕਦੇ ਹੋ। ਜ਼ਰੂਰ ਜਾਓ ਆਪਣੇ ਹੌਸਪੀਟਲ। ਤਾਂ ਜੈਸੇ ਮੈਂ ਕਿਹਾ ਸਰਕਾਰੀ ਹੌਸਪੀਟਲ ਤਾਂ ਫ੍ਰੀ ਨੇ, ਲੇਕਿਨ ਤੁਸੀਂ ਅਗਰ ਜਾਣਾ ਚਾਹੁੰਦੇ ਹੋ ਕਿਸੇ ਦੂਜੇ ਹੌਸਪੀਟਲ 'ਚ, ਤੁਹਾਨੂੰ ਕਿਸੇ ਦਾ ਕੋਈ ਛਾਤੀ ਦੀ ਦਰਦ ਹੈ ਜਾਂ ਕੋਈ ਗਲਾ ਖਰਾਬ ਹੈ, ਵਾਟ ਐਵਰ, ਦਿਸ ਆਲ ਕਮਸ ਅੰਡਰ ਜਿਹੜਾ ਤੁਹਾਡਾ ਇਹ ਇੰਸ਼ੋਰੈਂਸ ਸਕੀਮ ਦਾ। ਤਾਂ ਤੁਸੀਂ ਉੱਥੇ ਜ਼ਰੂਰ ਜਾਓ। ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਦੱਸੋ, ਵੀ ਵਿਲ ਸੀ। ਬਟ ਕੋਈ ਬਿਮਾਰੀ ਹੋਏ, ਇਟ ਇਜ਼ ਕਵਰਡ ਬਾਈ ਦਿਸ। ਕਰੋਨਾ ਪ੍ਰੋਪਰ ਨਹੀਂ, ਕਿਉਂਕਿ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਮੈਨੂੰ ਕਰੋਨਾ ਹੈ। ਤੁਸੀਂ ਜਦ ਜਾਓਗੇ, ਤੁਹਾਨੂੰ ਨਜ਼ਲਾ ਹੋਊਗਾ, ਜ਼ੁਕਾਮ ਹੋਊਗਾ, ਬੁਖਾਰ ਹੋਊਗਾ, ਬੋਡੀ ਏਕ ਹੋਊਗੀ, ਕੁਛ ਨਾ ਕੁਛ ਬਦਨ ਦਾ ਦਰਦ ਹੋਊ, ਤੁਸੀਂ ਜਾਓਗੇ ਐਜ਼ ਅ ਫਲੂ, ਉਹ ਤਾਂ ਫਿਰ ਡਾਕਟਰ ਦੱਸ ਸਕੂ ਤੁਹਾਨੂੰ। ਲੇਕਿਨ ਜੋ ਟਰੀਟਮੈਂਟ ਤੁਹਾਡੀ ਹੋਣੀ ਹੈ ਐਜ਼ ਅ ਪੇਸ਼ੈਂਟ ਅੰਡਰ ਫਲੂ ਜਾਂ ਕਿਸੇ ਹੋਰ ਚੀਜ਼, ਤੁਹਾਡਾ ਜ਼ਰੂਰ ਹੋਣਾ ਚਾਹੀਦਾ ਹੈ ਔਰ ਹੋਊਗਾ ਜ਼ਰੂਰ। ਗੁਰਪ੍ਰੀਤ ਗਿੱਲ ਜੀ ਲੁਧਿਆਣੇ ਤੋਂ ਮੈਨੂੰ ਪੁੱਛ ਰਹੇ ਨੇ ਕਿ ਤੁਸੀਂ ਪੱਖੋਵਾਲ ਦੀ ਸੜਕ ਜਿਹੜੀ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਰੱਖੀ ਹੈ, ਹਲਵਾੜਾ ਏਅਰਪੋਰਟ ਨੂੰ ਵੀ ਤੁਸੀਂ ਉਹਨਾਂ ਦੇ ਨਾਂ 'ਤੇ ਰੱਖੋ। ਬਹੁਤ ਤੁਹਾਡਾ ਸੁਝਾਅ ਅੱਛਾ ਹੈ। ਲੇਕਿਨ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ, ਇਹ ਸਾਡੇ ਵਾਸਤੇ ਗੱਲ ਨਹੀਂ। ਇਹ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਗਵਰਨਮੈਂਟ ਆਫ ਇੰਡੀਆ ਕਰਦੀ ਹੈ ਔਰ ਹੋਮ ਮਿਨਿਸਟਰੀ ਵਗੈਰਾ ਨਾਲ। ਲੇਕਿਨ ਜੈਸੇ ਅਸੀਂ ਮੋਹਾਲੀ ਦੀ ਜਿਹੜਾ ਏਅਰਪੋਰਟ ਹੈ ਉਹ ਸ਼ਹੀਦ ਭਗਤ ਸਿੰਘ ਦੇ ਨਾਂ ਅਸੀਂ ਰੱਖਣਾ ਚਾਹੁੰਦੇ ਹਾਂ, ਉਹ ਵੀ ਅਸੀਂ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਹੋਇਆ ਹੈ। ਅਤੇ ਇੱਥੇ ਵੀ ਤੁਹਾਡਾ ਜਿਹੜਾ ਇਹ ਆਪਣਾ ਹਲਵਾੜਾ ਏਅਰਪੋਰਟ ਹੈ, ਇਹ ਤੁਹਾਡਾ ਅੱਛਾ ਸੁਝਾਅ ਹੈ। ਅਸੀਂ ਏਅਰਪੋਰਟ ਨੂੰ ਟੇਕਅਪ ਕਰਾਂਗੇ ਗਵਰਨਮੈਂਟ ਆਫ ਇੰਡੀਆ ਨਾਲ, ਔਰ ਫਿਰ ਅਸੀਂ ਤੁਹਾਨੂੰ ਦੱਸਾਂਗੇ ਜਦੋਂ ਗਵਰਨਮੈਂਟ ਬਣ ਜਾਂਦੀ ਹੈ। ਰਮਨ ਸਿੱਧੂ ਜੀ ਬਠਿੰਡੇ ਤੋਂ ਕਹਿੰਦੇ ਨੇ ਕਿ ਬੱਸ ਪਰਮਿਟ ਸਾਨੂੰ, ਤੁਸੀਂ ਕਿਹਾ ਸੀ ਕਿ ਤੁਸੀਂ ਸਾਨੂੰ ਬੱਸ ਪਰਮਿਟ ਦੇ ਸਕੋਗੇ। ਪਤਾ ਨਹੀਂ ਤੁਹਾਨੂੰ ਕੈਸੇ ਨਹੀਂ ਪਤਾ ਲੱਗਿਆ। ਇਹ ਤਾਂ ਅਨਾਊਂਸ ਹੋ ਚੁੱਕਿਆ ਸੀ ਔਰ 30 ਜੂਨ ਸਾਡੀ ਲਾਸਟ ਡੇਟ ਸੀ ਕਿ ਤੁਸੀਂ ਆਪਣੇ ਮਿਨੀ ਬੱਸਿਸ ਦੀ ਆਪਣੀ ਲੈ ਸਕੋ। ਔਰ ਮੇਰਾ ਖਿਆਲ 30 ਜੂਨ ਤੱਕ ਤੁਸੀਂ ਅਗਰ ਅਪਲਾਈ ਨਹੀਂ ਕੀਤਾ, ਮੈਂ ਅੱਜ ਮਹਿਕਮੇ ਨੂੰ ਜ਼ਰੂਰ ਕਹੂੰਗਾ ਕਿ 15 ਦਿਨ ਤੁਹਾਨੂੰ ਹੋਰ ਦੇ ਦੇਣ। 15 ਜੁਲਾਈ ਤਾਈਂ ਅਸੀਂ, ਕਿਉਂਕਿ ਕੋਵਿਡ ਚੱਲ ਰਿਹਾ, ਕਈ ਲੋਕਾਂ ਨੂੰ ਸ਼ਾਇਦ ਖਬਰ ਨਹੀਂ ਆਈ ਹੋਣੀ, ਅਖਬਾਰ ਨਹੀਂ ਪਹੁੰਚੇ, ਤਾਂ ਤੁਸੀਂ 15 ਜੁਲਾਈ ਤਾਈਂ ਅਸੀਂ ਲੈ ਜਾਵਾਂਗੇ। ਤੁਸੀਂ ਹੁਣ ਅਪਲਾਈ ਕਰ ਦਿਓ। ਅਸੀਂ ਦੇ ਰਹੇ ਹਾਂ ਮਿਨੀ ਪਰਮਿਟਸ ਅਨਇੰਪਲੋਇਡ ਯੂਥ ਵਾਸਤੇ। ਜਿਨ੍ਹਾਂ ਨੇ ਲੈਣਾ ਤੁਸੀਂ ਜਾ ਕੇ ਉੱਥੇ ਅਪਲਾਈ ਕਰਕੇ ਲੈ ਲਓ। ਜਸਵੀਰ ਸਿੰਘ ਸੇਖੋ ਜੀ ਲੁਧਿਆਣਾ, ਤੁਸੀਂ ਪੁੱਛਿਆ ਕਿ ਅਸੀਂ ਔਨਲਾਈਨ ਹੁਣ ਪੜ੍ਹ ਰਹੇ ਹਾਂ, ਪਰ ਸਾਡੇ ਗਰਮੀਆਂ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ, ਤੁਸੀਂ ਸਾਨੂੰ ਛੁੱਟੀ ਨਹੀਂ ਇਜਾਜ਼ਤ ਕਰੋਗੇ। ਜੋ ਫੈਸਲਾ ਕੀਤਾ ਹੈ ਡਿਪਾਰਟਮੈਂਟ ਨੇ ਕਿ ਜਿਹੜੀਆਂ ਤੁਸੀਂ 2 ਮਹੀਨੇ ਸਕੂਲ ਤੋਂ ਬਾਹਰ ਰਹੇ ਹੋ, ਉਹਨੂੰ ਛੁੱਟੀਆਂ ਗਿਣੀਆਂ ਜਾਣ,
ਨਵੀਂ ਹੁਣ ਤੁਸੀਂ ਪੜ੍ਹ ਰਹੇ ਹੋ, ਘਰੇ ਬੈਠੇ ਹੋ ਤੁਸੀਂ, ਆਪਣੀ ਸਕੂਲ ਉੱਥੇ ਕਰੋ ਔਰ ਘਰੇ ਤੁਸੀਂ ਔਨਲਾਈਨ ਕਰਕੇ ਉੱਥੇ ਬੈਠੇ ਹੋਗੇ। ਸੋ ਛੁੱਟੀ ਇਹ ਹੋਰ ਨਹੀਂ ਅਸੀਂ ਵਧਾ ਸਕਦੇ, ਔਰ ਇਸ ਲਈ ਕਿਉਂਕਿ ਇਹ ਆਲ ਇੰਡੀਆ ਐਗਜ਼ਾਮਸ ਹੁੰਦੇ ਨੇ। ਹੁਣ ਤੁਸੀਂ 9ਵੀਂ ਕਲਾਸ 'ਚੋਂ 10ਵੀਂ ਕਲਾਸ ਤੁਹਾਡੀ ਆਲ ਇੰਡੀਆ ਐਗਜ਼ਾਮ ਹੋ, ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬੜਾ ਅੱਛੀ ਤਰ੍ਹਾਂ ਪੜ੍ਹੋ ਔਰ ਅੱਛੇ ਤੁਹਾਡੇ ਮਾਰਕ ਆਉਣ, ਤਾਂ ਕਿ ਤੁਸੀਂ ਬੜੀ ਚੰਗੀ ਤਰ੍ਹਾਂ ਆਪਣੀ ਵਿੱਦਿਆ ਹੋਰ ਪ੍ਰਾਪਤ ਕਰਕੇ ਇੱਕ ਅੱਛੀ ਨੌਕਰੀ ਲੈ ਸਕੋ। ਸੋ ਇਹਨੂੰ ਤੁਸੀਂ ਜਿਹੜੇ ਹੁਣ ਆਪਣੇ ਔਨਲਾਈਨ ਸਿੱਖ ਰਹੇ ਹੋ, ਸਿੱਖਦੇ ਰਹੋ, ਔਰ ਉਸ ਤੋਂ ਬਾਅਦ ਹੌਲੀਡੇਜ਼ ਤਾਂ ਹੁੰਦੀਆਂ ਰਹਿੰਦੀਆਂ ਨੇ ਔਰ ਤੁਸੀਂ ਘਰ ਤਾਂ ਬੈਠੇ ਹੀ ਹੋ। ਸੋ ਥੋੜ੍ਹੀ ਦੇਰ ਤੁਹਾਨੂੰ ਪੜ੍ਹਨਾ ਪੈਂਦਾ ਔਨਲਾਈਨ, ਔਰ ਫਿਰ ਤੁਸੀਂ ਥੋੜ੍ਹੀ ਛੁੱਟੀ ਹੋ ਸਮਝ ਲਓ ਇਸ ਨੂੰ। ਲੇਕਿਨ ਅਸੀਂ ਜ਼ਿਆਦਾ ਤੁਹਾਡੀ ਐਜੂਕੇਸ਼ਨ ਨੂੰ ਦੇ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦੇ, ਜਿਹਦੇ ਨਾਲ ਤੁਹਾਡਾ ਅੱਗੇ ਜਾ ਕੇ ਤੁਹਾਡਾ ਨੁਕਸਾਨ ਹੋਵੇ। ਤੁਸੀਂ ਮਨਦੀਪ ਰੰਧਾਵਾ ਜੀ ਨੇ ਕਿਹਾ ਕਿ ਮੇਜ਼ ਮੱਕੀ ਤੁਸੀਂ ਹੁਣ ਲਾਉਣਾ ਚਾਹੁੰਦੇ ਹੋ, ਝੋਨਾ ਨਹੀਂ ਲਾਉਣਾ ਚਾਹੁੰਦੇ, ਬੜੀ ਅੱਛੀ ਗੱਲ ਹੈ, ਲਾਓ ਮੱਕੀ ਜ਼ਰੂਰ ਤੁਸੀਂ, ਔਰ ਤੁਹਾਨੂੰ ਸਬਸਿਡੀ ਮਸ਼ੀਨ ਦੀ ਮਿਲੇਗੀ। ਆਈ ਥਿੰਕ 40% ਤੁਹਾਨੂੰ ਇਹ ਮਿਲੇਗੀ ਸਬਸਿਡੀ। ਤਾਂ ਤੁਸੀਂ ਸਬਸਿਡੀ ਜਿਨ੍ਹਾਂ ਨੇ ਅਪਲਾਈ ਕਰ ਦਿੱਤਾ ਹੈ ਔਰ ਜਿਨ੍ਹਾਂ ਨੂੰ ਮਸ਼ੀਨਰੀ ਹੁਣ ਮਿਲ ਰਹੀ ਹੈ, ਕਿਉਂਕਿ ਮੱਕੀ ਦਾ ਤਾਂ ਹੁਣ ਬੀਜਣ ਦਾ ਟਾਈਮ ਆ ਗਿਆ, ਤੁਹਾਨੂੰ ਨਾਲ ਦੇ ਨਾਲ ਹੁਣ ਉਹ ਮਨਜ਼ੂਰੀਆਂ ਤਿਆਰ ਹੋ ਰਹੀਆਂ ਨੇ ਔਰ ਤੁਹਾਨੂੰ ਨਾਲ ਦੇ ਨਾਲ ਤੁਹਾਨੂੰ ਸਬਸਿਡੀ ਦੇ ਦੇਣਗੇ 40%। ਸ਼ਾਲੂ ਅਰੋੜਾ ਜੀ ਅੰਮ੍ਰਿਤਸਰ ਤੋਂ, ਇਹ ਜਿਹੜੀ ਤੁਹਾਡੀ ਮੰਗ ਹੈ ਨਾ, ਜਦੋਂ ਮੈਂ ਤੁਹਾਡੀ ਉਮਰ ਦਾ ਸੀ ਮੈਨੂੰ ਵੀ ਇਹੀ ਮੰਗ ਹੁੰਦੀ ਸੀ ਕਿ ਸਕੂਲ ਬੰਦ ਹੀ ਰੱਖੋ। ਮੈਂ ਵੀ ਸੋਚਦਾ ਸੀ ਕਿ ਸਕੂਲਾਂ 'ਚ ਕਿਹਨੇ ਜਾਣਾ। ਬੇਟਾ ਤੁਸੀਂ ਹੁਣ ਦੇਖੋ ਦੁਨੀਆ ਕਿੰਨੀ ਵੱਧ ਗਈ ਅੱਗੇ, ਵਧੇ ਵਿੱਦਿਆ ਕਰਕੇ ਵਧੀ ਹੈ ਨਾ। ਔਰ ਅਸੀਂ ਵੀ ਕਹਿੰਦੇ ਕਿਆ ਕਰਦੇ ਸੀ ਕਿ ਚਲੋ ਬੰਦ ਕਰੋ ਸਕੂਲ ਨੂੰ, ਕਿਹਨੇ ਜਾਣਾ। ਅਸੀਂ ਕਹਿੰਦੇ ਸੀ ਕਿ ਪਚਾੜਾ ਜੇ ਸਕੂਲ ਡਿੱਗੀ ਪਏ, ਅਸੀਂ ਤਾਂ ਇਹ ਕਹਿੰਦੇ ਸੀ ਜਦ ਅਸੀਂ ਛੋਟੇ ਹੁੰਦੇ ਸੀ। ਤੋ ਤੁਹਾਨੂੰ ਵੀ ਹੁਣ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੇਰੇ 1 ਸਾਲ ਵਾਸਤੇ ਸਕੂਲ ਹੀ ਬੰਦ ਕਰ ਦਿਓ, ਇਹ ਮੁਸ਼ਕਿਲ ਹੈ ਮੇਰੇ ਵਾਸਤੇ ਕਰਨਾ, ਔਰ ਮੁਸ਼ਕਿਲ ਤੁਹਾਡੇ ਵਾਸਤੇ ਵੀ ਹੈ, ਕਿਉਂਕਿ ਤੁਸੀਂ ਹੁਣ ਜਿਹੜਾ ਇਹ ਪੜ੍ਹਾਈ ਕਰ ਰਹੇ ਹੋ ਨਾ, ਤੁਸੀਂ ਫਿਰ 10ਵੀਂ 'ਚ ਅੱਛੀ ਤਰ੍ਹਾਂ ਤੁਹਾਡੇ ਰਿਜ਼ਲਟ ਆਉਣੇ ਚਾਹੀਦੇ ਨੇ, ਫਿਰ 12ਵੀਂ 'ਚ ਆਉਣਾ ਚਾਹੁੰਦੇ ਨੇ, ਫਿਰ ਤੁਸੀਂ ਯੂਨੀਵਰਸਿਟੀ ਕਾਲਜਿਸ ਜਾਓਗੇ। ਮੈਂ ਚਾਹੁੰਦਾ ਕਿ ਹਰ ਬੱਚਾ ਪੰਜਾਬ ਦਾ ਪੜ੍ਹੇ ਔਰ ਚੰਗੀ ਤਰ੍ਹਾਂ। ਹੁਣ ਬੜੀ ਕੰਪੈਟੀਟਿਵ ਹੋ ਗਈ ਦੁਨੀਆ, ਹਿੰਦੁਸਤਾਨ ਕੰਪੈਟੀਟਿਵ ਹੋ ਗਿਆ, ਸਾਰੀ ਦੁਨੀਆ ਕੰਪੈਟੀਟਿਵ ਹੋ ਗਈ, ਔਰ ਵਿੱਦਿਆ ਦੇ ਬਗੈਰ ਆਪਾਂ ਐਡਵਾਂਸ ਨਹੀਂ ਕਰ ਸਕਦੇ ਔਰ ਤੁਸੀਂ ਨਹੀਂ ਐਡਵਾਂਸ ਕਰ ਸਕੋਗੇ। ਸੋ ਸਕੂਲਾਂ ਦਾ ਤਾਂ ਇਹੀ ਹੁੰਦਾ ਹੈ ਕਿ ਫਾਊਂਡੇਸ਼ਨ ਅੱਛਾ ਬਣਾ ਦੇਣ ਤੁਹਾਡੇ ਵਾਸਤੇ, ਫਿਰ ਤੁਹਾਡੇ ਅੱਗੇ ਤੁਸੀਂ ਜਾ ਕੇ ਆਪਣੀ ਚੰਗੀ ਵਿੱਦਿਆ ਦੇ ਖੇਤਰ ਦੇ ਵਿੱਚ ਤੁਸੀਂ ਅੱਗੇ ਵੱਧ ਸਕੋ, ਔਰ ਆਪਣੇ ਵਾਸਤੇ ਇੱਕ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕਦਮ ਇਹੋ ਜਿਹੇ ਚੱਕੋ ਜਿਹਦੇ ਨਾਲ ਸਾਰੇ ਤੁਹਾਡੀ ਸ਼ਲਾਘਾ ਕਰਨ। ਸੋ ਸਕੂਲ ਬੰਦ ਨਹੀਂ ਕਰ ਸਕਦੇ। ਹੁਣ ਆਪਾਂ ਔਖੀ ਘੜੀ ਵਿੱਚ ਲੰਘ ਰਹੇ ਹਾਂ, ਆਪਾਂ ਨੂੰ ਇਹ ਜਦੋਂ ਇਹ ਖਤਮ ਹੋਊ ਸਕੂਲ ਤੁਹਾਡੇ ਖੁੱਲ੍ਹਣਗੇ, ਪੜ੍ਹੋ ਚੰਗੀ ਤਰ੍ਹਾਂ ਬੱਚਾ ਔਰ ਅੱਗੇ ਨਿਕਲੋ ਤੁਸੀਂ, ਔਰ ਵਾਹਿਗੁਰੂ ਕਰੇ ਤੁਹਾਨੂੰ ਅੱਗੇ ਬੜੇ ਚੜ੍ਹਦੀ ਕਲਾ 'ਚ ਰੱਖਣ ਔਰ ਤੁਸੀਂ ਚੰਗੇ ਆਪਣੇ ਜ਼ਿੰਦਗੀ ਦੇ ਵਿੱਚ ਕੋਈ ਕਦਮ ਬਣਾ ਸਕੋ। ਇਹ ਵਿਲੀਅਮਜੀਤ ਸਿੰਘ ਜੀ ਅੰਮ੍ਰਿਤਸਰ ਤੋਂ ਪੁੱਛ ਰਹੇ ਨੇ ਕਿ 1190 ਪੋਸਟਾਂ ਸੀਆਂ SSB ਨੂੰ ਦਿੱਤੀਆਂ ਹੋਈਆਂ ਫੋਰ ਪਟਵਾਰੀਜ਼। ਇਹ ਪਟਵਾਰੀ ਦੇ ਲਈ ਦਿੱਤੀਆਂ ਹੋਈਆਂ ਨੇ, ਇਹ ਪਟਵਾਰੀ ਵਾਸਤੇ ਇਹ ਚਲੀ ਗਈਆਂ ਨੇ, ਡਿਪਾਰਟਮੈਂਟ ਨੇ ਅੱਗੇ ਭੇਜ ਦਿੱਤੀਆਂ SSB ਨੂੰ। ਮੇਰਾ ਖਿਆਲ ਹੁਣ ਐਡਵਰਟਾਈਜ਼ਿੰਗ ਹੋਣ ਲੱਗੀ ਹੈ ਥੋੜ੍ਹੇ ਦਿਨਾਂ 'ਚ, ਤੁਹਾਨੂੰ ਬੁਲਾ ਲੈਣਗੇ ਤੁਹਾਡੀ ਇੰਟਰਵਿਊ ਵਾਸਤੇ। ਆ ਜਿਹੜਾ ਤੁਸੀਂ ਪੁੱਛਿਆ ਮੈਨੂੰ ਲੁਧਿਆਣੇ ਤੋਂ ਅਮਰਪਾਲ ਸਿੰਘ ਗਰੇਵਾਲ ਜੀ ਨੇ ਕਿ IPS ਦੇ ਵਿੱਚ 32 ਸਾਲ ਦੀ ਉਮਰ ਲਿਮਿਟ ਹੁੰਦੀ ਹੈ, ਔਰ ਤੁਸੀਂ ਸਬ ਇੰਸਪੈਕਟਰ ਔਰ DSP ਦੀ ਸਿਲੈਕਸ਼ਨ ਵਾਸਤੇ ਵੀ 28 ਤੋਂ 32 ਸਾਲ ਲੈ ਜਾਓ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਲੇਕਿਨ ਮੈਂ ਅੱਜ ਨਹੀਂ ਇਹ ਫੈਸਲਾ ਤੁਹਾਨੂੰ ਸੁਣਾ ਸਕਦਾ। ਮੈਂ ਕੈਬਨਿਟ ਦੇ ਵਿੱਚ ਲੈ ਕੇ ਜਾਊਂਗਾ ਔਰ ਅਸੀਂ ਇਹਨੂੰ ਡਿਸਕਸ ਕਰਾਂਗੇ। ਪਰਸੋਂ ਨੂੰ ਕੈਬਨਿਟ ਹੈ, ਆਈ ਵਿਲ ਟਾਕ ਐਂਡ ਫਿਰ ਦੇਖਾਂਗੇ ਕਿ ਕੀ ਕਰ ਸਕਦੇ ਅਸੀਂ। ਤੋ ਇਹ ਸਵਾਲ ਸੇ ਕੁਛ ਜਿਹੜੇ ਆਪਨੇ ਮੈਨੂੰ ਕੀਤੇ ਨੇ। ਇਹ ਹੁਣ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਤੁਹਾਡੇ ਨਾਲ, ਪਲੀਜ਼ ਆਪਣੇ ਮਨਾਂ 'ਚ ਵਸਾਓ। ਪਹਿਲਾਂ ਮੈਨੂੰ ਹੋਰ ਕੁਛ ਤਾਂ ਦੇਖੋ ਹੁੰਦੇ ਰਹਿਣਗੇ, ਕੋਵਿਡ ਤੋਂ ਆਪਾਂ ਨੇ ਸੂਬੇ ਨੂੰ ਬਚਾਉਣਾ, ਔਰ ਮੈਂ ਆਸ ਕਰਾਂਗਾ ਕਿ ਤੁਸੀਂ ਜਿਹੜੀਆਂ ਗੱਲਾਂ ਦੱਸੀਆਂ ਗਈਆਂ ਨੇ, ਮੈਂ ਵੀ ਦੱਸ ਰਿਹਾ, ਡਾਕਟਰਸ ਦੱਸ ਰਹੇ ਨੇ, ਅਖਬਾਰਾਂ 'ਚ ਆਉਂਦਾ, ਟੈਲੀਵਿਜ਼ਨ 'ਚ ਆਉਂਦਾ, ਸਭ ਕੁਛ ਆਉਂਦਾ, ਤੁਸੀਂ ਉਹ ਗੱਲਾਂ ਮੰਨੋ ਔਰ ਚਲੋ ਆਪਾਂ ਰਲ ਕੇ ਆਪਣੇ ਸੂਬੇ ਨੂੰ ਬਚਾਈਏ ਔਰ ਪੰਜਾਬ ਨੂੰ ਹਰ ਵੇਲੇ ਚੜ੍ਹਦੀ ਕਲਾ 'ਚ ਰੱਖੀਏ। ਅੱਜ ਦਾ ਦਿਨ ਵੀ ਇੱਕ ਚੀਜ਼ ਰਹਿ ਗਈ ਸੀ ਜਿਹੜੀ ਮੈਂ ਸਮਝਦਾ ਸੀ ਕਿ ਤੁਹਾਡੇ ਨਾਲ ਮੈਂ ਕਰਾਂ, ਕਿ ਅੱਜ ਦੇ ਦਿਨ 1839 ਵਿੱਚ 27 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਸਾਹਿਬ ਇੱਥੇ ਪੂਰੇ ਹੋ ਗਏ ਸੀ। ਉਹਨਾਂ ਦੇ ਬਾਰੇ ਥੋੜ੍ਹਾ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਸੀ ਕਿ ਇੱਕ ਬਹੁਤ ਮਹਾਨ ਯੋਧੇ ਸੀ, ਬਹੁਤ ਸਮਝਦਾਰ ਇੱਕ ਇਨਸਾਨ ਸੀ,
एक ਇਹੋ ਜਿਹੇ ਇਨਸਾਨ ਸੇ ਜਿਹੜੇ ਬਿਲਕੁਲ ਪੜ੍ਹੇ ਲਿਖੇ ਨਹੀਂ ਸੇ, ਲੇਕਿਨ ਜਿਸ ਤਰੀਕੇ ਨਾਲ ਆਪਣਾ ਰਾਜ ਚਲਾਇਆ, ਜਿਸ ਤਰੀਕੇ ਨਾਲ ਫੌਜਾਂ ਦੀ ਕਮਾਂਡ ਕੀਤੀ, ਪਸ਼ਾਵਰ ਤੱਕ ਆਪਣੇ ਲੈ ਗਏ ਏਰੀਆ ਨੂੰ, ਪੰਜਾਬ ਦੇ ਏਰੀਆ ਨੂੰ ਫਤਿਹ ਕਰਕੇ। ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ, ਕਦੇ ਇਹੋ ਜਿਹੀ ਗੱਲ ਨਹੀਂ ਹੋਣ ਦਿੱਤੀ ਪੰਜਾਬ ਦੇ ਵਿੱਚ ਕਿ ਮਜ਼ਹਬਾਂ ਦਾ ਕੋਈ ਝਗੜਾ ਹੋਵੇ। ਹੁਣ ਜੈਸੇ ਮੁਸਲਮਾਨ ਹੁੰਦੇ ਸੀ ਉਹਨਾਂ ਦੇ ਰਾਜ ਵਿੱਚ, ਉਹਨਾਂ ਨੂੰ ਪੂਰਾ ਸੀ ਕਿ ਤੁਸੀਂ ਸ਼ਰੀਆ ਜਿਹੜਾ ਕਾਨੂੰਨ ਹੈ ਇਸਲਾਮ ਦਾ ਉਹ ਤੁਸੀਂ ਮੰਨੋ। ਜਿੱਥੇ ਉਹ ਕੋਈ ਆਪਣੇ ਰਾਜ ਵਿੱਚ ਕੋਈ ਗਲਤੀ ਹੁੰਦੀ ਸੀ, ਇੱਕ ਹੁਕਮ ਸੀ ਕਿ ਕਿਸੇ ਨੂੰ ਫਾਂਸੀ ਨਹੀਂ ਚੜ੍ਹਨ ਦੇਣੀ, ਚਾਹੇ ਕੁਛ ਵੀ ਹੋਏ। ਹੋਰ ਸਜ਼ਾ ਹੁੰਦੀ ਸੀ, ਲੇਕਿਨ ਫਾਂਸੀ ਦਾ ਹੁਕਮ ਨਹੀਂ ਸੀ ਉੱਥੇ। ਤੋ ਇਹੋ ਜਿਹੀ ਚੀਜ਼ਾਂ ਸੀਆਂ। ਔਰ ਜੈਸੇ ਮੈਂ ਤੁਹਾਨੂੰ ਦੱਸਿਆ ਹੈ ਕਿ ਇਹੋ ਜਿਹੇ ਸੁਲਝੇ ਹੋਏ ਇਨਸਾਨ ਸੇ ਕਿ ਅਗਰ ਕੋਈ ਗੱਲ ਦਾ ਉਹਨਾਂ ਨੂੰ ਪਤਾ ਲੱਗਣਾ ਕਿ ਫਰਜ਼ ਕਰੋ ਕੋਈ ਬਾਹਰੋਂ ਆ ਗਿਆ, ਵਲੈਤ ਤੋਂ ਆ ਗਿਆ, ਸ਼ਾਮ ਨੂੰ ਬਿਠਾ ਲੈਣਾ ਔਰ ਅਗਲੇ ਸੂਰਜ ਚੜ੍ਹਦੇ ਤੱਕ ਉਹਦੇ ਨਾਲ ਸਵਾਲ ਹੀ ਕਰੇ ਜਾਣਾ, ਉਹਦੇ ਮੁਲਕ ਬਾਰੇ, ਉਹਦੇ ਹੋਰ ਖੇਤੀ ਬਾਰੇ, ਔਰ ਹੋਰ ਚੀਜ਼ਾਂ ਬਾਰੇ। ਕਦੇ ਲਿਖਦੇ ਨਹੀਂ ਸੀ, ਸਭ ਕੁਝ ਉਹਨਾਂ ਦੇ ਦਿਮਾਗ 'ਚ ਗੱਲ ਹੁੰਦੀ ਸੀ। ਉਹਨਾਂ ਨੇ ਆਪਣੇ ਪੰਜਾਬ ਰਾਜ ਰੱਖਿਆ, ਜੋ ਸਾਡਾ ਪਹਿਲੀ ਲੜਾਈ ਅੰਗਰੇਜ਼ਾਂ ਨਾਲ ਹੋਈ 1846 'ਚ, ਫਿਰ ਸਾਡੀ ਦੂਸਰੀ ਜਿਹੜੀ ਚਿਲਿਆਂਵਾੜਾ, ਗੁਜਰਾਤ ਵਗੈਰਾ, ਰਾਮਨਗਰ ਇੱਧਰਲੇ ਪਾਸੇ 48 ਔਰ ਤੱਕ ਖਤਮ ਹੋ ਕੇ ਮੁਲਤਾਨ ਤੋਂ ਬਾਅਦ ਇੱਧਰ ਅਸੀਂ ਖਤਮ ਉੱਪਰਲੇ ਪਾਸੇ ਹੋਈ। ਲੇਕਿਨ ਔਰ ਉਹਨਾਂ ਦੇ ਜਾਣ ਤੋਂ ਬਾਅਦ 10 ਸਾਲ ਦੇ ਵਿੱਚ 39 'ਚ ਪੂਰੇ ਹੋਏ ਔਰ 10 ਸਾਲ ਦੇ ਵਿੱਚ ਇਹ ਰਾਜ ਆਪਣੇ ਉੱਥੇ ਮਹਾਰਾਜਾ ਸਾਹਿਬ ਦਾ ਲਾਹੌਰ ਦਾ ਰਾਜ ਖਤਮ ਹੋ ਗਿਆ। ਤੋ ਉਹ ਸੀ ਉਹਨਾਂ ਦੀ ਸ਼ਖਸੀਅਤ। ਅੱਜ ਅਸੀਂ ਉਹਨਾਂ ਦਾ 181ਵਾਂ ਉਹਨਾਂ ਦੇ ਪੂਰੇ ਹੋਏ 'ਤੇ ਬਰਸੀ ਮਨਾ ਰਹੇ ਆਪਾਂ, ਉਹਨਾਂ ਦੇ ਪੂਰੇ ਹੋਏ 'ਤੇ। ਉਹਨਾਂ ਦਾ ਵੀ ਯਾਦ ਰੱਖੋ ਕਿ ਇੱਕ ਇਹੋ ਜਿਹੇ ਇਨਸਾਨ ਵੀ ਸਾਡੇ ਪੰਜਾਬ ਦੇ ਵਿੱਚ ਸੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ।